ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ। ਬਹੁਤ ਧੰਨਵਾਦ। ਸੋ ਡੱਲਾ ਜੀ, ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੇਕਰ ਕਿਸੇ ਖਾਸ ਖਬਰ ਦੇ ਨਾਲ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਉਹ ਖਬਰ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰੋ ਤਾਂ ਕਿ ਉਸ ਤੋਂ ਬਾਅਦ ਮੈਂ ਬਾਕੀ ਖਬਰਾਂ ਉੱਪਰ ਵੀ ਸਵਾਲਾਂ ਦਾ ਸਿਲਸਿਲਾ ਜੋ ਹੈ ਸ਼ੁਰੂ ਕਰ ਸਕਾਂ। ਹਰਜੋਤ ਜੀ, ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਨਵੀਂ ਤਰ੍ਹਾਂ ਦਾ ਵਿਵਾਦ ਛਿੜ ਗਿਆ ਹੈ। ਦਿੱਲੀ ਦੇ ਲੈਫਟੀਨੈਂਟ ਗਵਰਨਰ VK ਸਕਸੈਨਾ ਉਪ ਰਾਜਪਾਲ ਨੇ ਉਹਨਾਂ ਨੇ ਜਿਹੜੀ ਦਿੱਲੀ ਸਰਕਾਰ ਦੀ ਮੁਫਤ ਬਿਜਲੀ ਸਬਸਿਡੀ ਦੀ ਯੋਜਨਾ ਸੀ, ਬੈਨੀਫਿਟ ਟ੍ਰਾਂਸਫਰ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜੀ ਯੋਜਨਾ ਸੀ, ਉਹਦੀ ਜਾਂਚ ਕਰਨ ਦੇ ਹੁਕਮ ਨੇ ਜਿਹੜੇ ਉਹ ਮੁੱਖ ਸਕੱਤਰ ਦਿੱਲੀ ਸਰਕਾਰ ਨੂੰ ਦਿੱਤੇ ਨੇ। ਅਸਲ 'ਚ ਮੰਨਿਆ ਇਹ ਜਾ ਰਿਹਾ, ਕਿਹਾ ਇਹ ਜਾ ਰਿਹਾ ਕਿ ਕੁਝ ਸ਼ਿਕਾਇਤਾਂ ਨੇ ਜਿਹੜੀਆਂ ਸਬਸਿਡੀ ਦੇ ਮਾਮਲੇ ਦੇ ਵਿੱਚ ਉਹ ਪਹੁੰਚੀਆਂ ਸੀ। ਉਹਨਾਂ ਸ਼ਿਕਾਇਤਾਂ 'ਚ ਪੂਰੀ ਜਿਹੜੀ ਯੋਜਨਾ ਸੀ ਉਹਦੇ 'ਚ ਖਾਮੀਆਂ ਦੱਸੀਆਂ ਗਈਆਂ, ਸ਼ਿਕਾਇਤਾਂ ਮਿਲੀਆਂ, ਜਿਸ ਤੋਂ ਬਾਅਦ ਜਿਹੜੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੇ ਜਾਂਚ ਦੇ ਹੁਕਮ ਦਿੱਤੇ ਨੇ। ਬੜਾ ਸਖਤ ਰਿਐਕਸ਼ਨ ਆਮ ਆਦਮੀ ਪਾਰਟੀ ਵੱਲੋਂ ਆਇਆ। ਮਨੀਸ਼ ਸਿਸੋਦੀਆ ਨੇ ਤਾਂ ਚਿੱਠੀ ਹੋਈ ਲਿਖਤੀ। ਮਨੀਸ਼ ਸਿਸੋਦੀਆ ਕਹਿੰਦੇ ਕਿ ਪਹਿਲਾਂ ਵੀ 2-3 ਮਾਮਲਿਆਂ ਦੇ ਵਿੱਚ ਜਾਂਚ ਕੀਤੀਆਂ ਗਈਆਂ, ਉਹਨਾਂ ਦੇ ਵਿੱਚੋਂ ਕੁਝ ਨਹੀਂ ਲੱਭਿਆ। ਇਹ ਸਿਆਸਤ ਤੋਂ ਪ੍ਰੇਰਿਤ ਹੈ। ਉੱਥੋਂ ਦੇ ਜਿਹੜੇ ਗਵਰਨਰ ਨੇ, ਉਹ ਲੈਫਟੀਨੈਂਟ ਗਵਰਨਰ ਨੇ, ਉਹ ਸੰਵਿਧਾਨ ਦੇ ਮੁਤਾਬਕ ਕੰਮ ਕਰਨ। ਸੋ ਮਨੀਸ਼ ਸਿਸੋਦੀਆ ਨੇ ਚਿੱਠੀ ਲਿਖੀ ਹੈ। ਉਹਨਾਂ ਨੇ ਲਿਖਿਆ ਉਪ ਰਾਜਪਾਲ ਨੂੰ ਕਿ ਜ਼ਮੀਨ, ਪੁਲਿਸ, ਪਬਲਿਕ ਆਰਡਰ ਅਤੇ ਸੇਵਾਵਾਂ ਤੋਂ ਇਲਾਵਾ ਕਿਸੇ ਹੋਰ ਮਾਮਲੇ 'ਚ ਉਹਨਾਂ ਨੂੰ ਹੁਕਮ ਦੇਣ ਦਾ ਹੱਕ ਨਹੀਂ ਹੈ। ਉਹਨਾਂ ਨੇ ਚਿੱਠੀ ਦੇ ਵਿੱਚ ਲਿਖਿਆ। ਉਹ ਕਹਿੰਦੇ ਬੱਸ ਖਰੀਦ ਘੁਟਾਲੇ, ਸਕੂਲ ਘੁਟਾਲੇ, ਸ਼ਰਾਬ ਘੁਟਾਲੇ ਦੇ ਜਿਹੜੇ ਇਲਜ਼ਾਮ ਨੇ ਲਾ ਕੇ ਜਾਂਚ ਕਰਾਈ ਗਈ ਸੀ, ਪਰ ਕਿਸੇ 'ਚ ਕੁਝ ਨਹੀਂ ਹਜੇ ਤੱਕ ਨਿਕਲਿਆ। ਇਹ ਉਹਨਾਂ ਦਾ ਤਰਕ ਹੈ। ਅਰਵਿੰਦ ਕੇਜਰੀਵਾਲ ਨੇ ਵੀ ਫੌਰੀ ਤੌਰ 'ਤੇ ਟਵੀਟ ਕੀਤੇ, ਬਿਆਨ ਜਾਰੀ ਕੀਤਾ। ਅਰਵਿੰਦ ਕੇਜਰੀਵਾਲ ਕਹਿੰਦੇ ਕਿ ਦਿੱਲੀ 'ਚ ਸਬਸਿਡੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ। ਅਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਸਿੱਧਾ ਭਾਜਪਾ ਸਰਕਾਰ 'ਤੇ ਹੁੰਦਾ। ਉਹ ਕਹਿੰਦੇ ਜੋ ਕੁਝ ਕਰ ਰਹੇ ਨੇ ਉਪ ਰਾਜਪਾਲ ਦਿੱਲੀ ਦੇ, ਇਹ ਸਾਰਾ ਕੁਝ ਭਾਜਪਾ ਦੇ ਇਸ਼ਾਰੇ 'ਤੇ ਹੋ ਰਿਹਾ। VK ਸਕਸੈਨਾ ਜੋ ਕੁਝ ਕਰ ਰਹੇ ਨੇ ਉਹ ਭਾਜਪਾ ਦੇ ਇਸ਼ਾਰੇ 'ਤੇ ਕਰ ਰਹੇ ਨੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਯੋਜਨਾ ਗਰੀਬ ਲੋਕਾਂ ਨੂੰ, ਜ਼ਰੂਰਤਮੰਦ ਲੋਕਾਂ ਨੂੰ ਮੁਫਤ ਬਿਜਲੀ ਅਤੇ ਬਾਕੀਆਂ ਨੂੰ ਸਬਸਿਡੀ ਦਾ ਬੈਨੀਫਿਟ ਦੇ ਰਹੀ ਹੈ, ਡਿਸਕਾਊਂਟਡ ਬਿਜਲੀ ਦੇ ਰਹੀ ਹੈ। ਇਹ ਲੋਕਾਂ ਦੇ ਹੱਕ ਦੀ ਯੋਜਨਾ ਹੈ। ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀਆਂ ਯੋਜਨਾਵਾਂ 'ਤੇ ਕੰਮ ਕਰਦੀ ਰਹੇਗੀ। VK ਸਕਸੈਨਾ ਨੇ ਜਿਹੜੀ ਜਾਂਚ ਆਰੰਭੀ ਹੈ, ਹੁਕਮ ਕੀਤੇ ਨੇ ਮੁੱਖ ਸਕੱਤਰ ਨੂੰ। ਹੁਣ ਆਉਂਦੇ ਦਿਨਾਂ ਦੇ ਵਿੱਚ ਇਸ ਜਾਂਚ ਦੇ ਵਿੱਚ ਕੀ ਨਿਕਲਦਾ ਹੈ, ਇਹ ਵੀ ਆਪਣੇ ਆਪ ਦੇ ਵਿੱਚ ਵੇਖਣ ਯੋਗ ਗੱਲ ਹੋਏਗੀ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ। ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ। ਪੰਜਾਬ 'ਚ ਕਿਹਾ ਜਾ ਰਿਹਾ 50 ਲੱਖ ਆਏ ਨੇ ਵਿਧਾਨ ਸਭਾ 'ਚ ਭਗਵੰਤ ਮਾਨ ਵੱਲੋਂ, ਪਰ ਹਕੀਕਤ 'ਚ ਕਿੰਨੇ ਆਏ ਨੇ ਕੋਈ ਇਸ਼ਤਿਹਾਰ ਛਾਪ ਕੇ ਨਹੀਂ ਦੱਸਿਆ ਗਿਆ। ਹੁਣ ਲੋੜ ਹੈ ਇਸ਼ਤਿਹਾਰ ਛਾਪਣ ਦੀ। ਹੁਣ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਦੀ ਸਰਕਾਰ, ਭਗਵੰਤ ਮਾਨ ਜੀ ਦੀ ਪੰਜਾਬ ਦੀ ਸਰਕਾਰ ਹੁਣ ਪਹਿਲੇ ਪੰਨਿਆਂ 'ਤੇ ਇਸ਼ਤਿਹਾਰ ਛਾਪੇ ਵੀ ਅਸੀਂ ਕਹਿੰਦੇ ਸੀ 70% 80% ਲੋਕਾਂ ਦੇ ਜ਼ੀਰੋ ਬਿੱਲ ਆਉਣਗੇ। ਹੁਣ ਇਸ਼ਤਿਹਾਰ ਛਾਪ ਕੇ ਪੰਜਾਬ ਸਰਕਾਰ ਦੱਸੇ ਵੀ ਕਾਨੂੰਨੀ ਤੌਰ 'ਤੇ ਸੱਚ ਮੰਨਿਆ ਜਾਵੇ ਕਿ ਇੰਨੇ ਲੱਖ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ। ਕਿਉਂਕਿ ਜੇ ਮੰਨ ਲਿਆ ਜਾਵੇ ਕਿ 70-80 ਹਜ਼ਾਰ ਪੰਜਾਬ ਦੇ ਵਿੱਚ ਬਿਜਲੀ ਦੇ ਗ੍ਰਾਹਕ ਨੇ, ਜੇ ਮੰਨ ਲਿਆ ਜਾਵੇ ਕਿ 70-80 ਲੱਖ ਉਪਭੋਗਤਾ ਨੇ, ਅਤੇ ਜੇ 50 ਲੱਖਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਗਏ, ਫਿਰ ਤਾਂ ਹਰ ਦੂਸਰਾ ਤੀਸਰਾ ਵਿਅਕਤੀ ਹੈ ਉਹਦੇ ਬਿੱਲ ਬਿਜਲੀ ਦੇ ਜ਼ੀਰੋ ਆਉਣੇ ਚਾਹੀਦੇ ਨੇ। ਪਰ ਮੈਂ ਆਪਣੇ ਨਾਲ ਦਿਆਂ ਤੋਂ ਕਈਆਂ ਨੂੰ ਪੁੱਛੇ, ਟਾਵੇਂ ਮੈਨੂੰ ਮਿਲੇ। 15 ਚੋਂ ਮੈਨੂੰ ਤਾਂ ਇੱਕ ਸੱਜਣ ਮਿਲਿਆ ਮੇਰੇ ਨਾਲ ਦਾ, ਜਿਹਨੇ ਕਿਹਾ ਵੀ ਹਾਂ ਮੇਰਾ ਬਿਜਲੀ ਦਾ ਬਿੱਲ ਮੁਫਤ ਆਇਆ। ਉਹ ਵੀ ਇੱਕ ਸਾਬਕਾ ਪੱਤਰਕਾਰ ਨੇ, ਮੋਹਾਲੀ 'ਚ ਰਹਿੰਦੇ ਨੇ। ਉਹਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਇਆ। 2 ਬੈਡਰੂਮ ਦਾ ਉਹਨਾਂ ਦਾ ਫਲੈਟ ਹੈ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਹੁਣ ਹੋਰ ਪਾਰਦਰਸ਼ਤਾ ਦੀ ਜ਼ਰੂਰਤ ਹੈ। ਅਗਰ ਸੱਚਮੁੱਚ 50 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਮੁਫਤ ਆ ਗਿਆ, ਜ਼ੀਰੋ ਆ ਗਿਆ, ਫਿਰ ਤਾਂ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ। ਅਤੇ ਭਗਵੰਤ ਮਾਨ ਦਾ ਮੂੰਹ ਮਿੱਠਾ ਕਰਾਉਣਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ, ਕਿਤੇ ਕੋਈ ਥਾਂ ਸਾਂਝੀ ਕਰਕੇ ਭਗਵੰਤ ਮਾਨ ਨੂੰ ਸੱਦਿਆ ਜਾਵੇ। ਅਗਰ ਅਜਿਹਾ ਨਹੀਂ ਹੈ, ਫਿਰ ਹੋਰ ਪਾਰਦਰਸ਼ਤਾ ਵਰਤਣ ਦੀ ਲੋੜ ਹੈ। ਸੋ ਹੁਣ ਗੱਲ ਫਿਰ ਦਿੱਲੀ 'ਤੇ ਮੋੜ ਕੇ ਲੈ ਜਾ। ਦਿੱਲੀ ਦੀ ਜਾਂਚ 'ਚ ਕੀ ਨਿਕਲਦਾ ਹੈ ਇਹ ਵਕਤ ਦੱਸੂਗਾ, ਪਰ ਕਿਤੇ ਨਾ ਕਿਤੇ ਸਿਆਸਤ ਵੀ ਨਜ਼ਰ ਆਉਂਦੀ ਹੈ। ਉਂਝ ਇਸ ਤਰ੍ਹਾਂ ਦੀਆਂ ਯੋਜਨਾਵਾਂ ਹੋਣੀਆਂ ਚਾਹੀਦੀਆਂ ਨੇ। ਇਹਦੇ ਲਈ ਪਹਿਲਾਂ ਜ਼ਮੀਨ ਤਿਆਰ ਕਰੇ ਸਰਕਾਰ ਪਹਿਲਾਂ ਦੱਸਿਆ ਕਰੇ ਵੀ ਇਹ ਅਸੀਂ ਪੈਸਾ ਕਿਹੜੀ ਹੱਬ 'ਚੋਂ ਦੇਣਾ, ਕਿਉਂਕਿ ਪੈਸਾ ਤਾਂ ਲੋਕਾਂ ਦਾ ਹੀ ਦੇਣਾ ਹੁੰਦਾ। ਹੁਣ ਜਿਹੜਾ ਮੁਫਤ ਬਿਜਲੀ 'ਚ ਵੀ ਜਿਹੜਾ ਪੈਸਾ ਦਿੱਤਾ ਜਾਣਾ ਲੋਕਾਂ ਦਾ ਹੀ ਦੇਣਾ। ਮੈਂ ਪਹਿਲਾਂ ਵੀ ਕਹਿ ਚੁੱਕਿਆ
ਕਿਸਾਨਾਂ ਨੂੰ ਵੀ ਮੁਫਤ ਬਿਜਲੀ ਸਰਕਾਰੀ ਖਾਤੇ 'ਚੋਂ ਹੀ ਜਾਂਦੀ ਸੀ ਪੰਜਾਬ ਦੇ ਵਿੱਚ। ਇਹਨਾਂ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਡੱਲਾ ਜੀ, ਮੀਡੀਆ ਵਿੱਚ ਖੂਬ ਚਰਚਾਵਾਂ ਨੇ ਕਿ ਜੋ ਪੰਜਾਬ ਦੇ ਵਿੱਚ ਪਰਾਲੀ ਦੀ ਸਮੱਸਿਆ ਹੈ ਉਸ ਨੂੰ ਨਜਿੱਠਣ ਲਈ, ਉਸ ਦਾ ਹੱਲ ਲੱਭਣ ਲਈ ਤਕਰੀਬਨ 4-5 ਸਾਲ ਲੱਗ ਜਾਣਗੇ। ਸੋ ਕਾਫੀ ਲੰਮਾ ਸਮਾਂ ਜ਼ਰੂਰ ਅਸੀਂ ਇਸ ਨੂੰ ਸਮਝ ਪਾ ਰਹੇ ਹਾਂ। ਇਹ ਇੱਕ ਨਵੀਂ ਤਰ੍ਹਾਂ ਦਾ ਜੋ ਮਾਮਲਾ ਮੀਡੀਆ ਵਿੱਚ ਜ਼ਰੂਰ ਉਭਰਿਆ ਹੋਇਆ। ਤੇ ਉਧਰ ਅਸੀਂ ਅਗਰ ਗੱਲ ਕਰਦੇ ਹਾਂ ਕੇਂਦਰ ਸਰਕਾਰ ਦੀ, ਤਾਂ ਕੇਂਦਰ ਸਰਕਾਰ ਜੋ ਹੈ ਪੰਜਾਬ ਸਰਕਾਰ ਦੇ ਪ੍ਰਬੰਧਾਂ ਤੋਂ ਪਰਾਲੀ ਦੀ ਸਮੱਸਿਆ ਤੋਂ ਨਜਿੱਠਣ ਲਈ ਜਿਹੜੇ ਪ੍ਰਬੰਧਾਂ ਦੀ ਗੱਲ ਕੀਤੀ ਜਾ ਰਹੀ ਹੈ ਉਸ ਤੋਂ ਸੰਤੁਸ਼ਟ ਕੇਂਦਰ ਸਰਕਾਰ ਨਜ਼ਰ ਨਹੀਂ ਆ ਰਹੀ ਹੈ। ਤੇ ਹਾਲਾਂਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪ੍ਰਪੋਜ਼ਲ ਭੇਜ ਕੇ ਕੇਂਦਰ ਤੋਂ 1500 ਰੁਪਏ ਦੀ ਮੰਗ ਵੀ ਕੀਤੀ ਸੀਗੀ। ਚਲੋ ਅਗਰ ਆਪਾਂ ਸਾਰੀ ਗੱਲਾਂ ਤੇ ਬਾਹਰ ਆ ਕੇ ਸਿਰਫ ਪਰਾਲੀ ਦੀ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਵੇਂ 4-5 ਸਾਲ ਲੱਗਣ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਕੀ ਸਰਕਾਰਾਂ ਨੂੰ ਕਿਸਾਨਾਂ ਦੀ ਮਜਬੂਰੀ ਨਹੀਂ ਦਿਖ ਰਹੀ? ਕੀ ਮਜਬੂਰੀ ਨੂੰ ਨਹੀਂ ਸਮਝ ਪਾ ਰਹੇ ਹੈ? ਕਿੱਥੇ ਮਾਮਲਾ ਰੁਕਿਆ ਲੱਗਦਾ ਹੈ? ਕਿੱਥੇ ਕਮੀ ਨਜ਼ਰ ਆ ਰਹੀ ਹੈ? ਕਿਉਂਕਿ ਅਗਰ ਅਸੀਂ ਆਉਂਦੇ ਸਮੇਂ ਦੀ ਗੱਲ ਕਰੀਏ ਤਾਂ ਜਲਦੀ ਹੀ ਫਿਰ ਉਹ ਸਮਾਂ ਆ ਰਿਹਾ ਹੈ ਜਦੋਂ ਮਜਬੂਰਨ ਕਿਸਾਨਾਂ ਨੂੰ ਪਰਾਲੀ ਨੂੰ ਸਾੜਨਾ ਹੀ ਪਏਗਾ। ਭਾਵੇਂ ਅਸੀਂ ਗੱਲ ਕਰੀਏ ਕਿ ਕੁਝ ਦਿਨ ਪਹਿਲਾਂ ਮੀਂਹ ਪਿਆ ਸੀ, ਪਰਾਲੀ ਗਿੱਲੀ ਹੋ ਗਈ ਹੈ, ਪਰ ਕੁਝ ਹੀ ਦਿਨਾਂ ਵਿੱਚ ਜਦੋਂ ਪਰਾਲੀ ਸੁੱਕ ਜਾਏਗੀ ਤਾਂ ਫਿਰ ਉਹਨਾਂ ਨੂੰ ਸਾੜਨਾ ਪਏਗਾ, ਜਾਂ ਫਿਰ ਜਿੱਥੇ ਹਲੇ ਫਸਲਾਂ ਦੀ ਕਟਾਈ ਨਹੀਂ ਹੋਈ ਹੈ, ਫਸਲਾਂ ਹਲੇ ਜਿੱਥੇ ਸਲਾਬੀਆਂ ਨੇ, ਜਦੋਂ ਉਹਨਾਂ ਨੂੰ ਧੁੱਪ ਹਵਾ ਲੱਗੇਗੀ ਉਹ ਸੁੱਕ ਜਾਏਗੀ, ਕਟਾਈ ਹੋਏਗੀ, ਉਸ ਤੋਂ ਬਾਅਦ ਪਰਾਲੀ ਨੂੰ ਤਾਂ ਸਾੜਨਾ ਹੀ ਪਏਗਾ। ਤਕਰੀਬਨ 14-15 ਅਕਤੂਬਰ ਤੱਕ ਉਹ ਸਮਾਂ ਆ ਜਾਏਗਾ। ਤਾਂ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਡੱਲਾ ਜੀ ਇਹਨਾਂ ਸਥਿਤੀਆਂ ਨੂੰ? ਕਿਉਂਕਿ ਦਿੱਲੀ ਵੱਲੋਂ ਹਮੇਸ਼ਾ ਹੀ ਪੰਜਾਬ ਵੱਲ ਇਹੀ ਲਾਂਭਾ ਰਹਿੰਦਾ ਹੈ ਕਿ ਜਦੋਂ ਪਰਾਲੀ ਸਾੜੀ ਜਾਂਦੀ ਹੈ ਤਾਂ ਧੂੰਆਂ ਪ੍ਰਦੂਸ਼ਣ ਜਿਹੜਾ ਦਿੱਲੀ ਪਹੁੰਚ ਜਾਂਦਾ ਹੈ। ਤੇ ਕੀ ਕਹੋਗੇ ਡੱਲਾ ਜੀ, ਇਹ ਪਰਾਲੀ ਦੀ ਸਮੱਸਿਆ ਜਿਹਨੂੰ ਕਿਹਾ ਜਾ ਰਿਹਾ ਹੈ ਕਿ ਹੁਣ 4-5 ਸਾਲ ਦਾ ਸਮਾਂ ਲੱਗ ਜਾਏਗਾ ਇਸ ਸਮੱਸਿਆ ਤੋਂ ਨਜਿੱਠਣ ਦੇ ਲਈ? ਸੋ ਪੰਜਾਬ 'ਚ ਇੱਕ ਵਾਰੀ ਫੇਰ ਪਰਾਲੀ ਸਾੜੇ ਜਾਣ ਦਾ ਖਤਰਾ ਸਾਡੇ ਸਿਰ ਤੇ ਹੈ। ਕਈ ਥਾਵੀਂ ਕਿਸਾਨਾਂ ਨੇ ਮਜਬੂਰੀ 'ਚ ਪਰਾਲੀ ਸਾੜੀ ਵੀ ਹੈ। ਹੁਣ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਵੀ ਹੈ। ਸਰਕਾਰ ਕਹਿ ਰਹੀ ਹੈ ਕਿ ਅਸੀਂ ਕੋਈ ਕਿਸਾਨਾਂ ਤੇ ਜ਼ਬਰਦਸਤੀ ਨਹੀਂ ਕਰਾਂਗੇ, ਅਸੀਂ ਕਿਸਾਨਾਂ ਨੂੰ ਜਾਗਰੂਕ ਕਰਾਂਗੇ, ਅਸੀਂ ਉਹਨਾਂ ਨੂੰ ਸਮਝਾਵਾਂਗੇ। ਵੈਸੇ ਮੇਰਾ ਇਹ ਮੰਨਣਾ ਹੈ ਹਰਜੋਤ ਜੀ, ਪੰਜਾਬ ਦੇ ਕਿਸਾਨ ਜਾਗਰੂਕ ਨੇ। ਐਵੇਂ ਨਹੀਂ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਤੀ। ਨਾਲੇ ਹਰੀ ਕ੍ਰਾਂਤੀ ਬੰਟੇ ਖੇਡ ਕੇ ਨਹੀਂ ਆਉਂਦੀ, ਕਿਸਾਨਾਂ ਨੇ ਮਿਹਨਤਾਂ ਕੀਤੀਆਂ ਨੇ ਤਾਂ ਹਰੀ ਕ੍ਰਾਂਤੀ ਆਈ ਹੈ। ਔਰ ਖੋਜਦਾਨ ਸਾਇੰਸਦਾਨਾਂ ਨੇ ਉਹਨਾਂ ਨੂੰ ਸੁਝਾਇਆ ਵੀ ਕੈਮੀਕਲਾਂ ਦੀ ਵਰਤੋਂ ਕਰੋ। ਭਾਵੇਂ ਸਾਡੇ ਕਿਸਾਨਾਂ ਨੇ ਆਪਣਾ ਆਪ ਵੀ ਨੁਕਸਾਨਿਆ, ਪਰ ਹੁਣ ਪਰਾਲੀ ਸਾੜਨ ਦੀ ਮਜਬੂਰੀ ਹੈ ਕਿਉਂਕਿ ਸਰਕਾਰਾਂ ਲਾਰੇ ਬਹੁਤ ਲਾਉਂਦੀਆਂ ਨੇ। ਕੇਂਦਰ ਦੀ ਸਰਕਾਰ ਵੀ ਤੇ ਸੂਬੇ ਦੀਆਂ ਸਰਕਾਰਾਂ ਨੇ ਵੀ ਵੱਡੇ ਵੱਡੇ ਸਬਜ਼ ਬਾਗ ਦਿਖਾਏ, ਵੱਡੇ ਵੱਡੇ ਸੁਪਨੇ ਵਿਖਾਏ ਕਿ ਅਸੀਂ ਮਸ਼ੀਨਾਂ ਭੇਜ ਦਿਆਂਗੇ, ਪਰਾਲੀ ਸਾੜਨੀ ਨਹੀਂ ਪੈਣੀ, ਮਸ਼ੀਨ ਦੇ ਨਾਲ ਪਰਾਲੀ ਸਾਂਭ ਲਓ, ਉਹਦਾ ਪ੍ਰਬੰਧਨ ਕਰ ਲਓ। ਤੇ ਮਸ਼ੀਨਾਂ ਹਜੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਵੀ ਦੇਣੀਆਂ ਨੇ। ਕੈਪਟਨ ਅਮਰਿੰਦਰ ਵੇਲੇ ਤਾਂ ਮਸ਼ੀਨਾਂ ਦਾ ਘੁਟਾਲਾ ਹੀ ਹੋ ਗਿਆ। ਹੁਣ ਤੁਸੀਂ ਦੇਖੋ, ਮੈਂ ਬੜਾ ਹੈਰਾਨ ਹਾਂ, ਪਰਾਲੀ ਸਾੜਨ ਵਾਲੀਆਂ ਮਸ਼ੀਨਾਂ ਦੀ ਖਰੀਦ ਤੇ ਵੰਡ 'ਚ ਘੁਟਾਲਾ ਹੋ ਗਿਆ ਤੇ ਭਗਵੰਤ ਮਾਨ ਸਾਹਿਬ ਵਿਜੀਲੈਂਸ ਬਿਊਰੋ ਦੀ ਡਿਊਟੀ ਲਾਓ। ਪਿਛਲੇ ਮੁੱਖ ਮੰਤਰੀ ਤੋਂ ਵੀ ਇੱਕ ਅੱਧੀ ਵਾਰੀ ਪੁੱਛ ਲਓ ਵੀ ਭਾਈ ਤੁਸੀਂ ਕੀ ਕਰਦੇ ਰਹੇ, ਜਾਂ ਸਾਰਾ ਜ਼ੋਰ ਬਾਕੀਆਂ 'ਤੇ ਲਾ ਦੇਣਾ। ਕੈਪਟਨ ਅਮਰਿੰਦਰ ਦੇ ਆਲੇ ਦੁਆਲਿਆਂ 'ਤੇ ਤਾਂ ਕਈਆਂ 'ਤੇ ਪਰਚਾ ਦੇਤਾ। ਕੈਪਟਨ ਅਮਰਿੰਦਰ ਨੂੰ ਕਦੀ ਵਿਜੀਲੈਂਸ ਬਿਊਰੋ ਨੇ ਸੱਦਿਆ ਹੀ ਨਹੀਂ। ਉਹਨਾਂ ਤੋਂ ਪੁੱਛ ਲਓ ਵੀ ਭਾਈ ਤੁਸੀਂ ਤਾਂ ਮੁੱਖ ਮੰਤਰੀ ਸੀ, ਜਾਂ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਮੰਤਰੀ ਕਹਿ ਦੇਣ ਕੋਈ ਘੁਟਾਲਾ ਹੀ ਨਹੀਂ ਹੋਇਆ। ਉਂਝ ਕੈਪਟਨ ਤੋਂ ਬਾਅਦ ਚੰਨੀ ਸਰਕਾਰ 'ਚ ਮੰਤਰੀ ਸੀ ਕਾਕਾ ਰਣਦੀਪ ਸਿੰਘ, ਉਹ ਪ੍ਰਧਾਨ ਮੰਤਰੀ ਨੂੰ ਹੀ ਸਿੱਧੇ ਚਿੱਠੀ ਲਿਖ ਗਏ ਵੀ ਮੈਨੂੰ ਘੁਟਾਲੇ ਦਾ ਸ਼ੱਕ ਹੈ ਜੀ, ਜਾਂਚ ਕਰਾ ਲਓ। ਕਹਿੰਦੇ ਹੁਣ ਈਡੀ ਵੀ ਇਹਦੀਆਂ ਫਾਈਲਾਂ ਖੰਗਾਲ ਰਹੀ ਹੈ ਤੇ ਕਹਿੰਦੇ ਘੁਟਾਲਾ ਨਿਕਲਿਆ। ਕੇਂਦਰ ਨੇ ਤਾਂ ਦੇਖੋ ਕਹਿੰਦੇ 1100 ਕਰੋੜ ਰੁਪਇਆ ਦਿੱਤਾ ਸੀ, ਉਹ ਸਹੀ ਵਰਤਿਆ ਹੀ ਨਹੀਂ ਗਿਆ। ਹੁਣ ਕੇਂਦਰ ਨੂੰ ਵੀ ਆਪਾਂ ਇਹਦੇ 'ਚ ਕੀ ਦੋਸ਼ ਦਈਏ? ਹੁਣ ਫਿਰ ਭਗਵੰਤ ਮਾਨ ਸਾਹਿਬ ਦੀ ਜਦੋਂ ਸਰਕਾਰ ਆਈ, ਤੁਸੀਂ ਕੇਂਦਰ ਨੂੰ ਹੀ ਚਿੱਠੀ ਲਿਖਤੀ ਯੋਜਨਾ ਬਣਾ ਕੇ ਵੀ 1500 ਤੁਸੀਂ ਪਾ ਦਿਓ, 500 ਕੇਜਰੀਵਾਲ ਸਾਹਿਬ ਪਾ ਦੇਣਗੇ, 500 ਅਸੀਂ ਪਾ ਦਿੰਦੇ ਹਾਂ। ਇਹ ਆਪਾਂ ਕਿਸੇ ਜ਼ਰੂਰਤਮੰਦ ਦੀ ਮਦਦ ਨਹੀਂ ਕਰਨੀ, ਆਪਾਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਨੀ ਹੈ, ਜਿਨ੍ਹਾਂ ਦੀ ਮਦਦ ਕਰਨਾ ਸਾਡੀ ਜ਼ਿੰਮੇਵਾਰੀ ਹੈ, ਸਾਡਾ ਮਕਸਦ ਹੈ, ਸਾਡਾ ਟੀਚਾ ਹੈ ਤੇ ਸਾਡਾ ਕਰਤੱਵ ਹੈ। ਕਿਉਂਕਿ ਕਿਸਾਨ ਅੰਨਦਾਤਾ ਹੈ। ਪੂਰੇ ਦੇਸ਼ ਨੂੰ ਮਿਹਨਤ ਮਾਰ ਕੇ ਜਿੰਨੇ ਘੱਟ ਮੁਨਾਫੇ 'ਚ ਖੇਤੀ ਹੁੰਦੀ ਹੈ, ਦੁਨੀਆ ਦਾ ਕੋਈ ਕੰਮ ਉਹਨੇ ਘੱਟ ਮੁਨਾਫੇ 'ਚ ਨਹੀਂ ਹੁੰਦਾ। ਮੈਂ ਦੇਖਦਾ, ਮੈਂ ਕਈ ਵਾਰੀ ਕਾਰ 'ਚ ਹਵਾ ਭਰਾਉਣਾ, ਰੁਪਈਆ 10 ਤੋਂ 20 ਲੈਣ ਲੱਗ ਗਏ ਕਾਰ ਦੇ ਟਾਇਰਾਂ 'ਚ ਹਵਾ ਭਰਨ ਵਾਲੇ ਵੀ। ਤੇ ਅਸੀਂ ਕਿਸਾਨ ਤੋਂ ਚਾਹੁੰਦੇ ਹਾਂ ਕਿ ਉਹ ਘਾਟੇ 'ਚ ਖੇਤੀ ਕਰਦਾ ਰਹੇ ਸਾਡੇ ਲਈ, ਤੇ ਅਸੀਂ ਸ਼ਾਮ ਨੂੰ ਦੇਸੀ ਘਿਓ ਲਾ ਕੇ ਗਰਮ ਗਰਮ ਫੁਲਕਾ ਖਾਂਦੇ ਰਹੀਏ।
ਸੋ ਸਰਕਾਰਾਂ ਨੂੰ ਜ਼ਿੰਮੇਦਾਰ ਹੋਣ ਦੀ ਲੋੜ ਹੈ। ਮੈਨੂੰ ਲੱਗਦਾ ਜੇ 1500 ਰੁਪਏ ਕੇਂਦਰ ਨੇ ਪਾਉਣ ਤੋਂ ਇਨਕਾਰ ਕਰਤਾ ਤੇ ਸੂਬੇ ਦੀ ਸਰਕਾਰ ਨੂੰ 500, ਜੇ ਸੂਬੇ ਦੀ ਸਰਕਾਰ 500 ਕਹਿੰਦੀ ਸੀ ਤੇ ਕੇਜਰੀਵਾਲ ਸਾਹਿਬ ਦਾ 500 ਤਾਂ ਪਵਾ ਲੈਂਦੇ, 1000 ਤਾਂ ਕਿਸਾਨਾਂ ਨੂੰ ਦੇ ਦਿੰਦੇ, ਨਾ ਨਾਲੋਂ ਕੁਝ ਦਿੱਤਾ ਹੀ ਚੰਗਾ ਹੁੰਦਾ। ਪਰ ਜਿਹੜੀ ਗੱਲ ਰਹਿ ਗਈ ਹੁਣ ਪਰਾਲੀ ਦੀ, ਮਾਹਰ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ, ਇਹਨਾਂ ਦੇ ਮੈਂਬਰ ਨੇ, ਮੈਂਬਰ ਸਕੱਤਰ ਕਰੁਣੇਸ਼ ਗਰਗ ਇੱਕ ਸਮਾਗਮ 'ਚ ਬੋਲ ਰਹੇ ਸੀ 2-3 ਦਿਨ ਪਹਿਲਾਂ। ਫਿਰ ਪੰਜਾਬੀ ਟ੍ਰਿਬਿਊਨ ਦੇ ਇੱਕ ਪੱਤਰਕਾਰ ਨੇ, ਉਹਨਾਂ ਨੇ ਇਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਉਹਦੇ 'ਚ ਕਰੁਣੇਸ਼ ਗਰਗ ਕਹਿੰਦੇ ਵੀ ਪਰਾਲੀ ਦੀ ਸਮੱਸਿਆ ਮੁਕੰਮਲ ਤੌਰ ਤੇ ਹੱਲ ਕਰਨ ਦੇ ਲਈ 4-5 ਸਾਲ ਲੱਗਣਗੇ। ਕਹਿੰਦੇ ਪੰਜਾਬ ਸਰਕਾਰ ਨੇ ਸਮੱਸਿਆ ਦੇ ਹੱਲ ਦਾ ਟੀਚਾ 2024 ਮਿੱਥਿਆ, 2 ਸਾਲ ਹੋਰ ਪਏ ਆ ਹਜੇ। ਸੋ ਤਦ ਤੱਕ ਕੀ ਕਰਨਗੇ? ਰੱਬ ਸੁੱਖ ਰੱਖੇ ਅੱਜ ਕਿ ਦਿੱਲੀ 'ਚ ਪ੍ਰਦੂਸ਼ਣ ਨਾ ਹੋਵੇ, ਕਿਉਂਕਿ ਜੇ ਦਿੱਲੀ 'ਚ ਪ੍ਰਦੂਸ਼ਣ ਹੋ ਗਿਆ ਤੇ ਕੜਮਾਸ ਬੜਾ ਮਚਣਾ ਹੈ। ਕਿਉਂਕਿ ਬੀਜੇਪੀ ਵਾਲਿਆਂ ਨੇ, ਵਿਰੋਧੀ ਧਿਰਾਂ ਨੇ ਫਿਰ ਕੇਜਰੀਵਾਲ ਸਾਹਿਬ ਤੋਂ ਸਵਾਲ ਪੁੱਛਣੇ ਨੇ ਵੀ ਇਹ ਦਿੱਲੀ ਦਾ ਪ੍ਰਦੂਸ਼ਣ ਕਿੱਥੋਂ ਆ ਰਿਹਾ ਹੈ, ਤੇ ਕੇਜਰੀਵਾਲ ਸਾਹਿਬ ਦੀ ਮਜਬੂਰੀ ਹੋ ਜਾਣੀ ਹੈ। ਪਰ ਉਹਨਾਂ ਨੇ ਰਾਹ ਵੀ ਲੱਭ ਲਿਆ। ਕੇਜਰੀਵਾਲ ਸਾਹਿਬ ਨੇ ਕਹਿਣਾ ਵੀ ਮੈਂ ਤਾਂ 500 ਪਾਉਣ ਨੂੰ ਤਿਆਰ ਸੀ, ਭਗਵੰਤ ਮਾਨ ਸਾਹਿਬ ਵੀ 500 ਪਾਉਣ ਨੂੰ ਤਿਆਰ ਸੀ, ਮਤਲਬ ਸਰਕਾਰਾਂ ਵੱਲੋਂ ਪੱਲਿਓ ਨਹੀਂ। ਤੇ ਬੀਜੇਪੀ ਨੇ ਨਹੀਂ 1500 ਪਾਇਆ। ਜੇ ਬੀਜੇਪੀ ਨੇ 1500 ਪਾਇਆ ਹੁੰਦਾ ਤੇ ਅਸੀਂ 2500 ਰੁਪਇਆ ਦੇ ਦੇਣਾ ਸੀ ਤੇ ਪਰਾਲੀ ਛੱਡਣੀ ਨਹੀਂ ਸੀ। ਸੋ ਪੋਲੀਟੀਕਲ ਲੋਕਾਂ ਕੋਲੇ ਕੋਈ ਨਾ ਕੋਈ ਗੱਲ ਕਹਿਣ ਨੂੰ ਹੁੰਦੀ ਹੈ, ਪਰ ਇਹ ਸਮੱਸਿਆ ਦਾ ਹੱਲ ਨਹੀਂ ਹੈ। ਰੱਬ ਸੁੱਖ ਰੱਖੇ ਮੀਂਹ ਹੋਰ ਨਾ ਪਵੇ। ਜੇ ਮੀਂਹ ਹੋਰ ਪੈ ਗਿਆ ਤੇ ਕਹਿੰਦੇ ਫਿਰ ਝੋਨਾ ਵੀ ਖਰਾਬ ਹੋਊਗਾ, ਕਿਉਂਕਿ ਉਹਨੇ ਸਾਧਨ ਹੈ ਨਹੀਂ। ਬਹੁਤ ਝੋਨਾ ਖਰਾਬ ਹੋਇਆ ਪਿਛਲੇ ਸਮਿਆਂ ਦੇ ਵਿੱਚ ਜਦੋਂ ਬਰਸਾਤਾਂ ਹੋਈਆਂ ਨੇ। ਬਾਕੀ ਕਹਿੰਦੇ 15 ਅਕਤੂਬਰ ਤੱਕ ਦੁਬਾਰਾ, ਕਿਉਂਕਿ ਬਹੁਤ ਜ਼ਿਆਦਾ ਕਟਾਈ ਝੋਨੇ ਦੀ ਹੋ ਜਾਣੀ, ਝੋਨੇ ਦੀ ਕਟਾਈ ਚੱਲ ਰਹੀ ਹੈ, ਫਿਰ ਨੌਬਤ ਆ ਸਕਦੀ ਹੈ ਪਰਾਲੀ ਸਾੜਨ ਦੀ। ਰੱਬ ਸੁੱਖ ਰੱਖੇ ਪ੍ਰਦੂਸ਼ਣ ਉਹਨਾਂ ਨਾ ਹੋਵੇ, ਅਸਮਾਨ ਸਾਫ਼ ਰਹਿ ਜਾਣ ਤੇ ਸਰਕਾਰ ਜ਼ਰੂਰ ਇਸ ਪਾਸੇ ਕੋਈ ਵੱਡਾ ਪ੍ਰਬੰਧ ਕਰੇ। ਮਸ਼ੀਨਾਂ ਖਰੀਦ ਕੇ ਕਿਸਾਨਾਂ ਨੂੰ ਦਿੱਤੀਆਂ ਜਾਣ, ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਔਰ ਜ਼ਰੂਰ ਉਹ ਘੋਲ ਮੰਗਾ ਲੈਣ ਕੇਜਰੀਵਾਲ ਸਾਹਿਬ ਘੋਲ ਜ਼ਰੂਰ ਭੇਜੋ। ਤੇ ਭਗਵੰਤ ਮਾਨ ਸਾਹਿਬ ਵੀ ਉਸ ਘੋਲ ਵਾਲੇ ਪਾਸੇ ਧਿਆਨ ਦੇਣ। ਉਹ ਘੋਲ ਦੇ ਇਸ਼ਤਿਹਾਰ ਬੜੇ ਆਉਂਦੇ ਸੀ ਦਿੱਲੀ ਸਰਕਾਰ ਦੇ ਵੀ, ਅਸੀਂ ਘੋਲ ਬਣਾ ਲਿਆ, ਪਰਾਲੀ ਉੱਥੇ ਹੀ ਸੜ ਜਾਂਦੀ ਹੈ, ਖਾਦ ਬਣ ਜਾਂਦੀ ਹੈ। ਹੁਣ ਉਹ ਵੇਲਾ ਆ ਗਿਆ ਜਦੋਂ ਅਸੀਂ ਉਹ ਘੋਲ ਪੰਜਾਬ 'ਚ ਲਿਆਈਏ ਤੇ ਪੰਜਾਬ 'ਚ ਪਿੰਡ ਖੇਤ ਉਹ ਘੋਲ ਅਸੀਂ ਪਹੁੰਚਾਈਏ। ਇਹੀ ਹੱਲ ਹੈ, ਨਹੀਂ ਤਾਂ ਮੈਂਬਰ ਸਕੱਤਰ ਤਾਂ ਕਹਿੰਦੇ 4-5 ਸਾਲ ਲੱਗ ਜਾਣਗੇ। ਰੱਬ ਸੁੱਖ ਰੱਖੇ। ਡੱਲਾ ਜੀ, ਭਾਰਤੀ ਚੋਣ ਕਮਿਸ਼ਨ ਨੇ ਜਿਹੜੀ ਚਿੱਠੀ ਲਿਖੀ ਹੈ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਤੇ ਸਿਆਸੀ ਪਾਰਟੀਆਂ ਵੱਲੋਂ ਜਿਹੜੇ ਵੱਡੇ ਐਲਾਨ ਕੀਤੇ ਜਾਂਦੇ ਆ, ਇਸ ਨੂੰ ਲੈ ਕੇ ਜਿਹੜੀ ਚਿੱਠੀ ਲਿਖੀ ਹੈ, ਇੱਕ ਤਰੀਕੇ ਨਾਲ ਜਿਹੜਾ ਚੋਣ ਜ਼ਾਬਤੇ ਵਿੱਚ ਮੁਫਤ ਸੌਗਾਤਾਂ ਦੇ ਐਲਾਨ ਨੂੰ ਲੈ ਕੇ ਸੋਧ ਦੀ ਤਜਵੀਜ਼ ਹੈ, ਤੇ ਕੀ ਇਸ ਦੇ ਨਾਲ ਆਉਂਦੇ ਸਮੇਂ ਵਿੱਚ ਕੁਝ ਬਦਲਾਅ ਨਜ਼ਰ ਆਉਂਦੇ ਦਿਖ ਸਕਦੇ ਨੇ? ਕੀ ਦੇਸ਼ ਦੀ ਸਿਆਸਤ ਵਿੱਚ ਵੱਡੇ ਐਲਾਨ ਹੁਣ ਘਟ ਜਾਣਗੇ? ਕਿਸ ਤਰੀਕੇ ਨਾਲ ਤੁਸੀਂ ਡੱਲਾ ਜੀ ਦੇਖਦੇ ਹੋ ਜਿਹੜੀ ਭਾਰਤੀ ਚੋਣ ਕਮਿਸ਼ਨ ਵੱਲੋਂ ਸਿਆਸੀ ਪਾਰਟੀਆਂ ਨੂੰ ਇਸ ਸਭ ਮਾਮਲੇ ਦੇ ਉੱਪਰ ਚਿੱਠੀ ਲਿਖੀ ਗਈ ਹੈ ਤੇ ਜਵਾਬ ਵੀ ਮੰਗਿਆ ਗਿਆ? ਹਰਜੋਤ ਜੀ, ਇੱਕ ਅਹਿਮ ਚਿੱਠੀ ਹੈ ਚੋਣ ਕਮਿਸ਼ਨ ਦੀ। ਮੈਂ ਕਹੂੰਗਾ ਚੋਣ ਜ਼ਾਬਤੇ ਦੇ ਵਿੱਚ ਸੋਧ ਦੀ ਤਜਵੀਜ਼ ਹੈ। ਸੋ ਚਿੱਠੀ ਲਿਖੀ ਹੈ ਸਾਰੀਆਂ ਮਾਨਤਾ ਪ੍ਰਾਪਤ ਕੌਮੀ ਤੇ ਸੂਬਾ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ। 19 ਅਕਤੂਬਰ ਤੱਕ ਉਹਨਾਂ ਤੋਂ ਜਵਾਬ ਮੰਗਿਆ। ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਚਿੱਠੀ ਲਿਖੀ ਗਈ ਹੈ ਉਸ ਤੋਂ ਬਾਅਦ ਹੁਣ ਜਿਹੜੀਆਂ ਤਜਵੀਜ਼ ਇਹ ਹੈ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਜਿਹੜੇ ਵੀ ਵਾਅਦੇ ਕਰਨੇ ਨੇ, ਭਾਵੇਂ ਮੁਫਤ ਯੋਜਨਾਵਾਂ ਦੇ ਵਾਅਦੇ ਕਰਨੇ ਨੇ, ਉਹਦੀ ਵਿਹਾਰਕਤਾ ਦੱਸੀ ਜਾਵੇ ਸਹੀ ਤਰੀਕੇ ਨਾਲ। ਆਮ ਲੋਕਾਂ ਨੂੰ ਇਲੈਕਸ਼ਨ ਮੈਨੀਫੈਸਟੋ ਜਿਹੜਾ ਛਾਪਿਆ ਜਾਂਦਾ ਉਹਦੇ ਵਿੱਚ ਪੂਰਾ ਖਾਕਾ ਹੋਵੇ, ਪੈਸਾ ਕਿੱਥੋਂ ਆਊਗਾ, ਪੈਸਾ ਕੀ ਕਰਜ਼ ਲਿਆ ਜਾਊਗਾ, ਟੈਕਸਾਂ ਦੇ ਪੈਸੇ ਨੂੰ ਕਿਵੇਂ ਵਰਤਿਆ ਜਾਣਾ ਹੈ। ਇਸ ਕਰਕੇ ਇਹ ਬਹੁਤ ਜਿਹੜਾ ਕਦਮ ਹੈ ਇਹ ਚੰਗਾ ਹੈ, ਕਿਉਂਕਿ ਬਹੁਤ ਵਾਰੀ ਅਸੀਂ ਦੇਖਦੇ ਹਾਂ ਵੱਡੇ ਵਾਅਦੇ ਕਰ ਦਿੱਤੇ ਜਾਂਦੇ। ਹੁਣ ਮੈਨੂੰ ਪ੍ਰਕਾਸ਼ ਸਿੰਘ ਬਾਦਲ ਯਾਦ ਆ ਗਏ, ਕਹਿੰਦੇ ਸੀ ਹਰ ਹਲਕੇ 'ਚ ਆਦਰਸ਼ ਸਕੂਲ ਖੋਲ੍ਹ ਦਾਂਗੇ। ਕੀ ਕੋਈ ਪ੍ਰੋਜੈਕਟ ਰਿਪੋਰਟ ਜਮ੍ਹਾਂ ਕਰਾਈ ਗਈ? ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਚੋਣ ਕਮਿਸ਼ਨ ਨੂੰ ਸਾਰੇ ਵਾਅਦਿਆਂ ਦੇ ਪਿੱਛੇ ਕੋਈ ਪ੍ਰੋਜੈਕਟ ਰਿਪੋਰਟ ਦੇਣੀ ਵੀ ਲਾਜ਼ਮੀ ਕਰ ਦਿੱਤੀ ਜਾਣੀ ਚਾਹੀਦੀ ਹੈ। ਔਰ ਜਿਹੜੇ ਇਲੈਕਸ਼ਨ ਮੈਨੀਫੈਸਟੋ ਹੈ, ਮੈਂ ਤਾਂ ਇੱਥੋਂ ਤੱਕ ਚਾਹੁੰਦਾ ਕਿ ਇਲੈਕਸ਼ਨ ਮੈਨੀਫੈਸਟੋ ਪਹਿਲਾਂ ਮਨਜ਼ੂਰ ਹੋਣ ਭਾਰਤੀ ਚੋਣ ਕਮਿਸ਼ਨ ਕੋਲੋਂ, ਫਿਰ ਪਾਰਟੀਆਂ ਉਹ ਆਪਣੇ ਵਾਅਦੇ ਨੇ ਜਿਹੜੇ ਇਲੈਕਸ਼ਨ ਮੈਨੀਫੈਸਟੋ ਦੇ ਉਹ ਲੋਕਾਂ 'ਚ ਲੈ ਕੇ ਜਾ ਸਕਣ। ਕਿਉਂਕਿ ਇਹ ਕਹਿ ਦੇਣਾ ਕਿ ਸਕੂਟੀਆਂ ਦੇ ਦਾਂਗੇ, ਇਹ ਕਹਿ ਦੇਣਾ ਕਿ ਲੈਪਟਾਪ ਦੇ ਦਾਂਗੇ, ਕੈਪਟਨ ਅਮਰਿੰਦਰ ਕਹਿੰਦਾ ਸੀ ਘਰ ਨੌਕਰੀ ਦੇ ਦਿਆਂਗੇ, ਕੈਪਟਨ ਅਮਰਿੰਦਰ ਕਹਿੰਦਾ ਸੀ ਸਾਰੇ ਵਿਦਿਆਰਥੀਆਂ ਨੂੰ ਅਸੀਂ ਮੋਬਾਈਲ ਫੋਨ ਦੇ ਦਿਆਂਗੇ, ਬਾਅਦ ਦੇ ਵਿੱਚ ਸਕੀਮ 'ਚ
ਕੁਝ ਕੁ ਲੋਕਾਂ ਨੂੰ ਫਾਇਦਾ ਦੇ ਦਿੰਦੇ ਨੇ। ਕੈਪਟਨ ਅਮਰਿੰਦਰ ਤਾਂ ਕਹਿੰਦਾ ਸੀ ਮੈਂ ਸਾਰੇ ਕਿਸਾਨੀ ਦਾ ਕਰਜ਼ਾ ਮਾਫ ਕਰ ਦੂੰ। ਇਸ ਕਰਕੇ ਇਸ ਤਰ੍ਹਾਂ ਦੇ ਵਾਅਦੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਰਹੀਆਂ ਨੇ ਤੇ ਕਰਦੀਆਂ ਰਹਿਣਾ। ਬਿਜਲੀ ਪਾਣੀ ਮੁਫਤ ਦਿੱਤਾ ਜਾਵੇ, ਮੈਂ ਬਿਲਕੁਲ ਇਹਦੇ ਹੱਕ 'ਚ ਹਾਂ। ਆਟਾ ਦਾਲ ਸਕੀਮ ਮੁਫਤ ਦਿੱਤੀ ਜਾਵੇ, ਮੈਂ ਇਹਦੇ ਵੀ ਹੱਕ 'ਚ ਹਾਂ। ਪਰ ਇਹਦੇ ਲਈ ਵੀ ਦੇਖੋ ਇੱਕ ਗੱਲ ਅਸੀਂ ਸਮਝੀਏ, ਕੋਈ ਵੀ ਸਰਕਾਰ ਅਗਰ ਇੱਕ ਪਾਸੇ ਕੁਝ ਮੁਫਤ ਦਿੰਦੀ ਹੈ ਤੇ ਦੂਜੇ ਪਾਸੇ ਟੈਕਸ ਲਾ ਦਿੰਦੀ ਹੈ। ਹੁਣ ਜੇ ਪੰਜਾਬ 'ਚ ਬਿਜਲੀ ਸਬਸਿਡੀ ਕਰਤੀ, ਬਿਜਲੀ ਸਸਤੀ ਕਰਤੀ ਤੇ ਪੈਟਰੋਲ ਤੇ ਡੀਜ਼ਲ ਕੇਂਦਰ ਨੇ ਘਟਾਤਾ, ਪੰਜਾਬ ਵਾਲਿਆਂ ਨੇ ਘਟਾਇਆ ਹੀ ਨਹੀਂ। ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ। ਹੁਣ ਜੇ ਸਰਕਾਰ ਨੇ ਬਿਜਲੀ ਮੁਫਤ ਕਰਤੀ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਘਟਾਈਆਂ। ਹੁਣ ਜੇ ਸਰਕਾਰ ਨੇ ਬਿਜਲੀ ਮੁਫਤ ਕਰਤੀ ਤੇ 200 ਰੁਪਇਆ ਹਰ ਮੁਲਾਜ਼ਮ ਦੀ ਤਨਖਾਹ ਦਾ ਟੈਕਸ ਮਨਪ੍ਰੀਤ ਬਾਦਲ ਵਾਲਾ ਉਹ ਵੀ ਉਸੇ ਤਰ੍ਹਾਂ ਜਾਰੀ ਹੈ। ਸੋ ਇਸ ਕਰਕੇ ਕੋਈ ਵੀ ਜਿਹੜੀ ਸਰਕਾਰ ਹੈ ਉਹਨੇ ਕਿਸੇ ਵੀ ਸਕੀਮ 'ਚ ਅਗਰ ਪੈਸਾ ਦੇਣਾ ਹੈ ਤੇ ਉਹ ਸਾਡੇ ਟੈਕਸਾਂ ਦੇ ਪੈਸੇ ਹੀ ਦਿੱਤੇ ਜਾਣੇ ਨੇ। ਇਸ ਕਰਕੇ ਜੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ 'ਚ ਸਾਰੀ ਕਿਸਾਨੀ ਦੀ ਬਿਜਲੀ ਮੁਫਤ ਕਰ ਰੱਖੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਤੋਂ ਪੈਸਾ ਥੋੜ੍ਹੀ ਦਿੰਦੇ ਸੀ, ਉਹ ਪੈਸਾ ਵੀ ਪੰਜਾਬ ਦੇ ਖਜ਼ਾਨੇ 'ਚੋਂ ਹੀ ਜਾਂਦਾ ਸੀ। ਪੰਜਾਬ ਦੇ ਖਜ਼ਾਨੇ 'ਚੋਂ PSPCL ਨੂੰ ਚਲਿਆ ਜਾਂਦਾ ਸੀ ਤੇ ਪੰਜਾਬ ਦਾ ਖਜ਼ਾਨਾ ਮੰਤਰੀ ਹੋਰ ਤਰ੍ਹਾਂ ਦੇ ਟੈਕਸ ਲਾ ਦਿੰਦਾ ਸੀ ਤੇ ਸਾਡੇ ਲੋਕਾਂ ਦਾ ਪੈਸਾ ਟੈਕਸਾਂ ਦੇ ਤੌਰ ਤੇ ਜਾਂਦਾ ਸੀ ਤੇ ਕਿਸਾਨਾਂ ਦੀ ਮੁਫਤ ਬਿਜਲੀ 'ਚ ਉਹ ਪੈਸੇ ਦਿੱਤੇ ਜਾਂਦੇ ਸੀ। ਇਸੇ ਤਰ੍ਹਾਂ ਹੁਣ ਅਗਰ ਜ਼ੀਰੋ ਬਿੱਲ ਆ ਰਹੇ ਨੇ ਤੇ ਜਿਹੜੀ ਸਬਸਿਡੀ ਹੈ, ਜਿਹੜਾ ਖਰਚਾ ਹੈ, ਇਹ ਪੰਜਾਬ ਦੇ ਖਜ਼ਾਨੇ 'ਚੋਂ ਬਿਜਲੀ ਬੋਰਡ ਨੂੰ ਦਿੱਤਾ ਜਾਣਾ ਹੈ ਤੇ ਪੰਜਾਬ ਦੇ ਖਜ਼ਾਨੇ ਨੇ ਹੋਰ ਟੈਕਸਾਂ 'ਚੋਂ ਉਹ ਪੈਸਾ ਲੈ ਲੈਣਾ। ਜਿਵੇਂ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਘਟਾਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਸੋ ਇਸ ਕਰਕੇ ਇਹ ਜਿੰਨਾ ਵੀ ਪੈਸਾ ਮੁਫਤ ਯੋਜਨਾਵਾਂ 'ਚ ਆਉਂਦਾ ਹੈ ਉਹ ਆਉਂਦਾ ਸਾਡਾ ਹੀ ਹੈ, ਉਹ ਸਾਡਾ ਹੀ ਪੈਸਾ ਸਾਡੇ 'ਤੇ ਹੀ ਲੱਗਣਾ। ਪਰ ਉਹਦਾ ਵਕਤ ਰਹਿੰਦੇ ਦੱਸਿਆ ਜਾਵੇ ਪੋਲੀਟੀਕਲ ਪਾਰਟੀਆਂ ਵੱਲੋਂ ਵੀ ਜੇ ਅਸੀਂ ਤੁਹਾਨੂੰ ਮੁਫਤ ਪੜ੍ਹਾਈ ਕਰਾਉਣੀ ਹੈ ਤੇ ਤੁਹਾਡੀਆਂ ਫੀਸਾਂ ਦਾ ਪ੍ਰਬੰਧ ਅਸੀਂ ਕਿੱਥੋਂ ਕਰਾਂਗੇ ਭਾਈ? ਅਸੀਂ ਤੁਹਾਡੀਆਂ ਫੀਸਾਂ ਦਾ ਪ੍ਰਬੰਧ ਕੀ ਕਿਸੇ ਬਾਹਰਲੀ ਕੰਪਨੀ ਤੋਂ ਸਪਾਂਸਰਸ਼ਿਪ 'ਚ ਲਵਾਂਗੇ? ਫਿਰ ਤਾਂ ਸਮਝ ਆਉਂਦਾ ਵੀ ਮੁਫਤ ਬਿਜਲੀ ਮੁਫਤ ਹੈ, ਵੀ ਬਿਜਲੀ ਦਾ ਸਾਰਾ ਖਰਚਾ ਜੀ ਸਪਾਂਸਰਸ਼ਿਪ ਦੇ ਤੌਰ ਤੇ ਮਿਲ ਰਿਹਾ। ਬਾਹਰਲੀਆਂ ਕਿਸੇ ਕੰਪਨੀਆਂ ਨੇ ਪੋਲੀਟੀਕਲ ਪਾਰਟੀ ਨੂੰ, ਸਰਕਾਰ ਨੂੰ ਹੀ ਸਪਾਂਸਰਸ਼ਿਪ ਦਿੱਤੀ, ਵੀ ਸਰਕਾਰ ਨੂੰ ਹੀ ਇਸ਼ਤਿਹਾਰ ਦਿੱਤਾ ਇੱਕ ਬਾਹਰਲੀ ਪਾਰਟੀ ਨੇ। ਉਹ ਕਹਿੰਦੇ ਆ ਚੱਕੋ ਸਾਡੇ ਇਸ਼ਤਿਹਾਰਾਂ ਦਾ ਕਰੋੜਾਂ ਰੁਪਇਆ ਤੇ ਤੁਸੀਂ ਮੁਫਤ ਬਿਜਲੀ ਦਿਓ, ਸਾਡੇ ਇਸ਼ਤਿਹਾਰ ਛਾਪ ਦਿਓ ਪੰਜਾਬ 'ਚ। ਫਿਰ ਤਾਂ ਸਮਝ ਆਉਂਦਾ। ਪਰ ਇਸ ਰੂਪ 'ਚ ਜਿਹੜਾ ਪੈਸਾ ਆਉਂਦਾ ਸਰਕਾਰਾਂ ਕੋਲੇ, ਅਗਰ ਇਸ਼ਤਿਹਾਰ ਦੇ ਰੂਪ 'ਚ ਵੀ ਸਰਕਾਰ ਕੋਲੇ ਪੈਸਾ ਆਉਂਦਾ ਉਹ ਵੀ ਖਜ਼ਾਨੇ 'ਚ ਆਉਣਾ ਤੇ ਉਹ ਵੀ ਲੋਕਾਂ ਦਾ ਹੀ ਹੈ, ਕਿਉਂਕਿ ਜਿਹੜੇ ਸਾਧਨ ਯੂਜ਼ ਹੋਣੇ ਉਹ ਲੋਕਾਂ ਦੇ ਯੂਜ਼ ਹੋਣੇ ਆ। ਇਸ ਕਰਕੇ ਜਿਹੜਾ ਭਾਰਤੀ ਚੋਣ ਕਮਿਸ਼ਨ ਦਾ ਇਹ ਕਦਮ ਹੈ ਇਹ ਸ਼ਲਾਘਾਯੋਗ ਹੈ। ਮੈਂ ਮੁਫਤ ਯੋਜਨਾਵਾਂ ਦੇ ਬਿਲਕੁਲ ਖਿਲਾਫ ਨਹੀਂ। ਮੁਫਤ ਯੋਜਨਾਵਾਂ ਹੋਣੀਆਂ ਚਾਹੀਦੀਆਂ ਨੇ, ਪਰ ਉਹਦੀ ਵਿਉਂਤਬੰਦੀ, ਉਹਦੀ ਪ੍ਰੋਜੈਕਟ ਰਿਪੋਰਟ, ਉਹਦਾ ਸੱਚ ਸਾਹਮਣੇ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ 1000 ਰੁਪਏ ਤੁਹਾਡੇ ਖਾਤਿਆਂ 'ਚ ਪਾ ਦਾਂਗੇ ਤੇ ਕਦੋਂ ਪਾ ਦੋਗੇ ਇਹਦੇ ਬਾਰੇ ਕੁਝ ਨਹੀਂ ਪਤਾ। ਇਹ ਦੱਸਿਆ ਜਾਵੇ ਕਿ 1000 ਰੁਪਏ ਤੁਹਾਡੇ ਖਾਤਿਆਂ 'ਚ ਪਾਵਾਂਗੇ, 1 ਅਪ੍ਰੈਲ ਤੋਂ ਪਾਵਾਂਗੇ, 30 ਦਸੰਬਰ ਤੋਂ ਪਾਵਾਂਗੇ, 1 ਸਾਲ ਬਾਅਦ ਪਾਵਾਂਗੇ, 2 ਸਾਲ ਬਾਅਦ ਪਾਵਾਂਗੇ, 3 ਸਾਲ ਬਾਅਦ ਪਾਵਾਂਗੇ। ਇਹ ਵਿਹਾਰਕਤਾ ਬਣਨੀ ਚਾਹੀਦੀ ਹੈ। ਇਹ ਸੱਚਾਈ ਚੋਣ ਕਮਿਸ਼ਨ ਦੇ ਜਿਹੜਾ ਇਲੈਕਸ਼ਨ ਮੈਨੀਫੈਸਟੋ ਹੈ ਉਹਦੇ 'ਚ ਆਉਣੀ ਚਾਹੀਦੀ ਹੈ। ਔਰ 19 ਅਕਤੂਬਰ ਤੱਕ ਸਮਾਂ ਮੰਗਿਆ। ਸਾਰੀਆਂ ਪਾਰਟੀਆਂ ਨੇ ਇਹਦਾ ਸਵਾਗਤ ਕੀਤਾ ਹੈ। ਆਮ ਆਦਮੀ ਪਾਰਟੀ ਨੇ ਵੀ ਸਵਾਗਤ ਕੀਤਾ ਹੈ। ਬੀਬੀ ਆਤਸ਼ੀ ਨੇ ਦਿੱਲੀ ਆਮ ਆਦਮੀ ਪਾਰਟੀ ਦੇ ਆਗੂ ਨੇ, ਉਹ ਕਹਿੰਦੇ ਅਸੀਂ ਸਵਾਗਤ ਕਰਦੇ ਹਾਂ, ਮੁਫਤ ਸਹੂਲਤਾਂ ਮਿਲਣੀਆਂ ਚਾਹੀਦੀਆਂ। ਮੈਂ ਵੀ ਕਹਿ ਰਿਹਾ ਮੁਫਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਪਰ ਪ੍ਰੋਜੈਕਟ ਰਿਪੋਰਟਾਂ ਲੋਕਾਂ 'ਚ ਵੀ ਜਾਣ, ਇਲੈਕਸ਼ਨ ਕਮਿਸ਼ਨ ਕੋਲੇ ਵੀ ਜਾਣ, ਚੋਣ ਘੋਸ਼ਣਾ ਪੱਤਰ 'ਚ ਵੀ ਛਪਣ ਕਿ ਮੁਫਤ ਸਹੂਲਤ ਦਾ ਪੈਸਾ ਕਿਹੜੇ ਖਾਤੇ 'ਚੋਂ ਦਿੱਤਾ ਜਾਣਾ ਹੈ, ਕਿਉਂਕਿ ਦਿੱਤਾ ਤਾਂ ਸਰਕਾਰੀ ਖਾਤੇ 'ਚੋਂ ਹੀ ਜਾਣਾ ਹੈ। ਸੋ ਕੀ ਕੋਈ ਨਵੇਂ ਟੈਕਸ ਲੱਗਣਗੇ ਆਉਣ ਵਾਲੇ ਸਮੇਂ 'ਚ? ਇਹਦੇ ਲਈ ਇਹ ਸਾਰੇ ਬਿਊਰੇ ਦਿੱਤੇ ਜਾਣ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਡੱਲਾ ਜੀ, ਗੱਲ ਜੋ ਹੈ ਨਵਜੋਤ ਸਿੰਘ ਸਿੱਧੂ ਦੀ ਵੀ ਕਰ ਲੈਂਦੇ ਆ। ਨਵਜੋਤ ਸਿੰਘ ਸਿੱਧੂ ਨੇ 5 ਤਰੀਕ ਤੱਕ ਮੌਨ ਵਰਤ ਰੱਖਿਆ ਹੋਇਆ ਸੀ। ਪਹਿਲਾਂ ਨਰਾਤੇ ਚੱਲ ਰਹੇ ਸੀ, ਫਿਰ ਅਸ਼ਟਮੀ ਸੀ, ਨੌਮੀ ਸੀ ਤੇ ਫਿਰ ਦੁਸ਼ਹਿਰਾ ਸੀ। ਸੋ ਹੁਣ ਅੱਜ ਉਹਨਾਂ ਦਾ ਇੱਕ ਤਰੀਕੇ ਨਾਲ ਜਿਹੜਾ ਮੌਨ ਵਰਤ ਹੈ ਉਹਦੀ ਗੱਲ ਕਰੀਏ, ਕਿਸੇ ਨੂੰ ਨਾ ਮਿਲਣ ਦਾ ਜਿਹੜਾ ਵਰਤ ਸੀ, ਜੇਲ੍ਹ ਤੋਂ ਬਾਹਰ ਜਿਹੜੇ ਲੋਕ ਉਹਨਾਂ ਨੂੰ ਲਗਾਤਾਰ ਮੁਲਾਕਾਤਾਂ ਲਈ ਮਿਲਣਾ ਚਾਹੁੰਦੇ ਸੀ, ਉਹਨਾਂ ਨੇ ਵਰਤ ਰੱਖਿਆ ਹੋਇਆ ਸੀ, ਕਿਸੇ ਨੂੰ ਮਿਲ ਵੀ ਨਹੀਂ ਰਹੇ ਸੀ, ਉਹ ਪੂਰਾ ਹੋ ਗਿਆ। ਆਉਂਦੇ ਦਿਨਾਂ ਵਿੱਚ ਕੀ ਲੱਗਦਾ ਹੈ ਕਿ ਕਿਹੜੇ ਲੀਡਰ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਨੇ? ਕਿਉਂਕਿ ਸ਼ੁੱਕਰਵਾਰ ਨੂੰ ਉਹਨਾਂ ਦਾ ਮੁਲਾਕਾਤ ਦਾ ਦਿਨ ਸ਼ੁਰੂ ਹੋ ਜਾਏਗਾ ਤੇ ਕੀ ਦੇਖਦੇ ਹੋ ਕਿ ਕੌਣ ਕਿਹੜੇ ਵੱਡੇ ਸਿਆਸੀ ਲੀਡਰ ਨੇ, ਸਿਆਸੀ ਚਿਹਰੇ ਨੇ ਜਿਹੜੇ ਮੁਲਾਕਾਤ ਕਰਨ ਲਈ ਨਵਜੋਤ ਸਿੰਘ ਸਿੱਧੂ ਦੇ ਨਾਲ ਪਹੁੰਚਣਗੇ? ਦੇਖੋ, ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ ਕੱਲ੍ਹ ਤੱਕ ਹਰਜੋਤ ਜੀ 5 ਅਕਤੂਬਰ ਤੱਕ ਦਾ ਮੌਨ ਵਰਤ ਸੀ। ਇਸ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਰਾਤਿਆਂ ਦੇ ਬੜੇ ਪਵਿੱਤਰ ਦਿਨ ਸੀ ਔਰ ਉਸ ਤੋਂ ਬਾਅਦ ਕੱਲ੍ਹ ਦੁਸ਼ਹਿਰੇ ਦਾ ਤਿਉਹਾਰ ਸੀ। ਸੋ
ਮੌਨ व्रत 5 ਤੱਕ ਸੀ। ਸੋ ਹੁਣ ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫੇਰ ਮੁਲਾਕਾਤਾਂ ਕਰਨ ਦੇ ਲਈ ਤਿਆਰ ਹੋਣਗੇ। ਮੈਂ ਉਮੀਦ ਕਰਦਾ ਕਿ ਇਸ ਸ਼ੁੱਕਰਵਾਰ ਪਰਿਵਾਰ ਮੁਲਾਕਾਤ ਕਰਕੇ ਆਏਗਾ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਸਿਆਸੀ ਆਗੂ ਨੇ ਉਹ ਲਗਾਤਾਰ ਉਹਨਾਂ ਦੇ ਨਾਲ ਮੁਲਾਕਾਤਾਂ ਕਰਨ ਜਾਣਗੇ। ਔਰ ਸੱਦਾ ਪੱਤਰ ਇੱਕ ਪਹਿਲਾਂ ਵੀ ਜਿਵੇਂ ਮਨੀਸ਼ ਤਿਵਾੜੀ 2 ਵਾਰ ਮੁਲਾਕਾਤ ਕਰਕੇ ਆ ਚੁੱਕੇ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ, ਕਿਉਂਕਿ ਮਨੀਸ਼ ਤਿਵਾੜੀ ਦੇ ਪਿਤਾ ਜੀ ਔਰ ਨਵਜੋਤ ਸਿੰਘ ਸਿੱਧੂ ਦੇ ਪਿਤਾ ਜੀ ਪੱਕੇ ਦੋਸਤ ਸੀ। ਨਵਜੋਤ ਸਿੰਘ ਸਿੱਧੂ ਔਰ ਮਨੀਸ਼ ਤਿਵਾੜੀ ਵੀ ਬਚਪਨ ਦੇ ਵਿੱਚ ਚੰਗੇ ਦੋਸਤ ਰਹੇ ਨੇ, ਹੁਣ ਤੱਕ ਕੁਲੀਗ ਰਹੇ ਨੇ ਉਹ ਬਤੌਰ ਮੈਂਬਰ ਪਾਰਲੀਮੈਂਟ। ਔਰ ਮਨੀਸ਼ ਤਿਵਾੜੀ ਹੁਣੀ ਫਿਰ ਆਉਂਦੇ ਦਿਨਾਂ ਦੇ ਵਿੱਚ ਇੱਕ ਵਾਰੀ ਮੁਲਾਕਾਤ ਕਰਨ ਜਾਣਗੇ, ਕਿਉਂਕਿ ਉਸ ਤੋਂ ਬਾਅਦ ਮਨੀਸ਼ ਤਿਵਾੜੀ ਉਹਨਾਂ ਨੇ ਵਿਦੇਸ਼ ਦਾ ਦੌਰਾ ਕਰਨਾ ਹੈ। ਔਰ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਕਈ ਹੋਰ ਮੈਂਬਰ ਪਾਰਲੀਮੈਂਟ ਉਹ ਵੀ ਮੁਲਾਕਾਤ ਕਰਨ ਜਾਣਗੇ। ਪੰਜਾਬ ਤੋਂ ਬਹੁਤ ਸਾਰੇ ਐਕਸ ਐਮਐਲਏ, ਸਾਬਕਾ ਐਮਐਲਏ, ਮੌਜੂਦਾ ਐਮਐਲਏ ਹਜੇ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ। ਪਰ ਦਿੱਕਤ ਇਹ ਹੈ ਹਰਜੋਤ ਜੀ ਕਿ ਜੇਲ੍ਹ ਮਹਿਕਮੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਔਰ ਜੇਲ੍ਹ ਮਹਿਕਮੇ ਦੇ ਵਿੱਚ ਅਪਲਾਈ ਕਰਨਾ ਪੈਂਦਾ ਹੈ ਪਰਿਵਾਰ ਦੇ ਜ਼ਰੀਏ। ਉਸ ਤੋਂ ਬਾਅਦ ਹੀ ਜਿਹੜੀ ਮੁਲਾਕਾਤ ਹੈ ਉਹ ਸੰਭਵ ਹੋ ਸਕਦੀ ਹੈ। ਸੋ ਜੇਲ੍ਹ ਮੈਨੂਅਲ ਦੇ ਹਿਸਾਬ ਦੇ ਨਾਲ ਹੀ ਇੱਕ ਦਿਨ ਸ਼ੁੱਕਰਵਾਰ ਨੂੰ ਮੁਲਾਕਾਤ ਹੋ ਸਕਦੀ ਹੈ। ਸੋ ਉਹ ਵੀ ਅਗਰ ਨਵਜੋਤ ਸਿੰਘ ਸਿੱਧੂ ਜੀ ਮੁਲਾਕਾਤ ਕਰਨ ਲਈ ਕਿਸੇ ਵੀ ਲੀਡਰ ਨੂੰ ਤਿਆਰ ਹੁੰਦੇ ਨੇ ਉਸ ਤੋਂ ਬਾਅਦ ਫਿਰ ਉਹ ਮੁਲਾਕਾਤ ਹੁੰਦੀ ਹੈ। ਕਿਉਂਕਿ ਮੈਨੂੰ ਪਤਾ ਲੱਗਿਆ ਕਿ 1-2 ਲੀਡਰ ਜਿਹੜੇ ਮੁਲਾਕਾਤ ਕਰਨਾ ਚਾਹੁੰਦੇ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ, ਉਹ ਨਹੀਂ ਮਿਲ ਸਕੇ ਕਿਸੇ ਨਾ ਕਿਸੇ ਕਾਰਨ ਕਰਕੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ। ਪਰ ਹੁਣ ਆਉਂਦੇ ਦਿਨਾਂ 'ਚ ਨਵੇਂ ਸਿਰੇ ਤੋਂ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਊਗਾ। ਸੋ 4 ਮਹੀਨੇ ਤੋਂ ਲਗਭਗ 4.5 ਮਹੀਨੇ ਤੋਂ ਜ਼ਿਆਦਾ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਭੁਗਤੀ ਜਾ ਚੁੱਕੀ ਹੈ। ਸੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਿਵੇਂ ਜਿਵੇਂ ਦਿਨ ਵੱਧਦੇ ਨੇ ਉਹਨਾਂ ਦੀ ਸਜ਼ਾ ਘਟਦੀ ਜਾ ਰਹੀ ਹੈ। ਔਰ ਮੁੱਦਿਆਂ ਦੀ ਲੜਾਈ ਦੀ ਅਣਹੋਂਦ ਕਰਕੇ ਪੰਜਾਬ 'ਚ ਸਿਆਸੀ ਤੌਰ ਤੇ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਲਦ ਤੋਂ ਜਲਦ ਆਪਣੀ ਸਜ਼ਾ ਪੂਰੀ ਕਰਕੇ ਵਾਪਸ ਆਉਣ ਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨ। ਔਰ ਇੱਕ ਗੱਲ ਹੋਰ ਵੀ ਹੈ, ਕੁਝ ਦਿਨ ਪਹਿਲਾਂ ਵੀ ਸ਼੍ਰੀ ਕਰਤਾਰਪੁਰ ਸਾਹਿਬ ਜਦੋਂ ਸੰਗਤ ਗਈ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਚੰਗੀ ਸਿਹਤ ਲਈ, ਉਹਨਾਂ ਦੀ ਜਲਦ ਰਿਹਾਈ ਲਈ ਅਰਦਾਸ ਕਰਾਈ। ਸੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀ ਵੱਡੀ ਭੂਮਿਕਾ ਰੱਬ ਨੇ ਲਾਈ ਸੀ। ਸੋ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਦੇ ਵਿੱਚ। ਸੋ ਇਸ ਕਰਕੇ ਜਿੱਦਾਂ ਹੀ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਸਜ਼ਾ ਪੂਰੀ ਕਰਦੇ ਨੇ, ਬਾਹਰ ਆਉਂਦੇ ਨੇ, ਤੇ ਨਿਸ਼ਚਿਤ ਤੌਰ ਤੇ ਉਹ ਕਰਤਾਰਪੁਰ ਸਾਹਿਬ ਇੱਕ ਵਾਰ ਫੇਰ ਜਾਣਗੇ ਔਰ ਫਿਰ ਉਸੇ ਤਰ੍ਹਾਂ ਸ਼ਿੱਦਤ ਨਾਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਗੇ। ਡੱਲਾ ਜੀ, ਅਗਲੀ ਖਬਰ ਵੱਲ ਰੁਕ ਕਰੀਏ ਤਾਂ ਐਸਜੀਪੀਸੀ ਵੱਲੋਂ ਫਿਰ ਪਰਸੋਂ ਜੋ ਹੈ ਰੋਸ ਮਾਰਚ ਕੱਢਿਆ ਗਿਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ, ਉਹਦੀ ਬਣਤਰ ਦੇ ਖਿਲਾਫ, ਜਿਹੜੇ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਤੇ ਪੰਥ ਵਿਰੋਧੀ ਤਾਕਤਾਂ ਨੂੰ ਨੱਥ ਪਾਉਣ ਦੀ ਮੰਗ ਵੀ ਉੱਠ ਰਹੀ ਹੈ। ਸੋ ਕਿਤੇ ਨਾ ਕਿਤੇ ਜਿਹੜੀ ਪੰਥਕ ਜਥੇਬੰਦੀ ਹੈ ਉਹ ਪੰਥਕ ਧਿਰਾਂ ਨੂੰ ਵੀ ਲਾਮਬੰਦ ਕਰ ਰਹੀ ਹੈ ਤੇ ਪੰਥਕ ਲੋਕਾਂ ਨੂੰ ਵੀ ਲਾਮਬੰਦ ਕਰ ਰਹੀ ਹੈ। ਸੋ ਡੱਲਾ ਜੀ, ਇਸ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਕੀ ਮਾਹੌਲ ਬਣ ਰਿਹਾ, ਇਸ ਬਾਰੇ ਵੀ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸਿਆਸਤ ਵਿੱਚ ਵੀ ਇਹਨਾਂ ਮੁੱਦਿਆਂ ਦਾ ਜੋ ਅਸਰ ਹੈ ਆਉਂਦੇ ਦਿਨਾਂ ਵਿੱਚ ਨਜ਼ਰ ਆਏਗਾ। ਕਿਉਂਕਿ 2024 ਦੀਆਂ ਚੋਣਾਂ ਦੀ ਗੱਲ ਕਰ ਲਈਏ ਤਾਂ ਕੀ ਲੱਗਦਾ ਕਿ ਇਹ ਜਿਹੜੇ ਮੁੱਦੇ ਨੇ 2024 ਚੋਣਾਂ ਤੋਂ ਪਹਿਲਾਂ ਇੰਨੇ ਵੱਡੇ ਹੋ ਜਾਣਗੇ ਕਿ ਸਿਆਸਤ ਤੇ ਵੀ ਅਸਰ ਪਾਉਂਦੇ ਨਜ਼ਰ ਆਉਣਗੇ, ਦੂਜੀਆਂ ਪਾਰਟੀਆਂ ਦੇ ਲਈ ਚੁਣੌਤੀਆਂ ਬਣ ਜਾਣਗੇ? ਕੀ ਕਹੋਗੇ ਡੱਲਾ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਾਰੀ ਫੇਰ ਜਿਹੜੇ ਪੰਥਕ ਮੁੱਦੇ ਨੇ ਉਹਨਾਂ ਤੇ ਵੱਡਾ ਸੰਘਰਸ਼ ਵਿੱਢਿਆ ਗਿਆ। ਦੇਖੋ, ਰੋਸ ਮਾਰਚ ਕੱਢਿਆ ਗਿਆ, ਸਾਨੂੰ ਪਤਾ ਹੈ, ਅੰਮ੍ਰਿਤਸਰ ਦੇ ਵਿੱਚ, ਔਰ ਮੰਗ ਪੱਤਰ ਲਗਾਤਾਰ ਭੇਜੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਮੰਗ ਇਹੋ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਤੇ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ ਹੈ ਉਹਨੂੰ ਰੱਦ ਕੀਤਾ ਜਾਵੇ। ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਅਸੀਂ ਪੰਜਾਬ 'ਚ ਪੰਥਕ ਧਿਰਾਂ ਨੂੰ ਜਾਗਰੂਕ ਕਰ ਰਹੇ ਹਾਂ। ਉਹ ਕਹਿੰਦੇ ਸਿਰਫ ਪਾਰਲੀਮੈਂਟ ਕੋਲੇ ਹੱਕ ਹੈ ਗੁਰਦੁਆਰਿਆਂ ਦੇ ਸੰਬੰਧ ਦੇ ਵਿੱਚ ਕੋਈ ਕਾਨੂੰਨ ਬਣਾਉਣ ਦਾ। ਹਰਿਆਣਾ ਦੇ ਵਿੱਚ ਜਿਹੜਾ ਕਾਨੂੰਨ ਬਣਾਇਆ ਗਿਆ ਇਹ ਕਾਂਗਰਸ ਨੇ ਬਣਾਇਆ ਤੇ ਬੀਜੇਪੀ ਸਮਰਥਨ ਕਰ ਰਹੀ ਹੈ। ਹੁਣ ਉਹਨੂੰ ਰੱਦ ਕਰਨ ਦੀ ਮੰਗ ਹੋ ਰਹੀ ਹੈ ਔਰ ਵਿਚਾਰ ਹੋ ਰਹੀ ਹੈ ਕਿ ਕਿਵੇਂ ਸੁਪਰੀਮ ਕੋਰਟ ਦੇ ਵਿੱਚ ਪੁਨਰ ਵਿਚਾਰ ਯਾਚਕਾ ਇਸ ਮਾਮਲੇ ਦੇ ਵਿੱਚ ਦਾਖਲ ਕੀਤੀ ਜਾਵੇ। ਇਹਦੇ ਨਾਲ ਪੰਥਕ ਮੁੱਦਾ ਉਭਾਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੇ ਵੀ ਜ਼ੋਰ ਫੜਿਆ। ਔਰ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਇਹ ਸਾਰੇ ਮੁੱਦਿਆਂ ਨੂੰ ਅੱਗੇ ਵਧਾ ਰਹੀ ਹੈ, ਸ਼੍ਰੋਮਣੀ ਕਮੇਟੀ ਦਾ ਟੀਚਾ ਇਹ ਹੈ ਕਿ ਵੱਧ ਤੋਂ ਵੱਧ ਪੰਥਕ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਔਰ ਅਗਰ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਭਿਆਨ ਜਾਰੀ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ
ਕਿ ਪੰਜਾਬ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਕਈ ਪੰਥਕ ਮੁੱਦੇ ਉੱਭਰ ਸਕਦੇ ਨੇ, ਔਰ ਅਗਰ ਅਜਿਹੇ ਮੁੱਦੇ ਉੱਭਰਦੇ ਨੇ ਤਾਂ ਕਿਤੇ ਨਾ ਕਿਤੇ ਇਹ ਇੱਕ ਵੱਡਾ ਕਾਰਨ 2024 ਦੇ ਨਤੀਜਿਆਂ 'ਚ ਪੰਜਾਬ 'ਚ ਬਣ ਸਕਦਾ ਹੈ, ਕਿਉਂਕਿ ਮੈਨੂੰ ਇੱਕ ਵਾਰੀ ਲੱਗਦਾ ਹੈ ਕਿ ਫਿਰ ਕਿਤੇ ਨਾ ਕਿਤੇ ਧਰੁਵੀਕਰਨ ਪੰਜਾਬ ਦੇ ਵਿੱਚ ਮੁੱਦਿਆਂ ਦੇ ਆਧਾਰ ਤੇ ਵੋਟਰਾਂ ਦਾ ਹੋਏਗਾ। ਪਹਿਲਾਂ ਵੀ ਮੁੱਦਿਆਂ ਦੇ ਆਧਾਰ ਤੇ ਕਈ ਤਰ੍ਹਾਂ ਦੇ ਧਰੁਵੀਕਰਨ ਹੁੰਦੇ ਰਹੇ ਨੇ। 2022 ਦੀਆਂ ਚੋਣਾਂ 'ਚ ਭਾਵੇਂ ਕੋਈ ਵੀ ਸਿਆਸੀ ਧਰੁਵੀਕਰਨ ਨਹੀਂ ਹੋ ਸਕਿਆ, ਕਿਉਂਕਿ ਰਵਾਇਤੀ ਪਾਰਟੀਆਂ ਤੋਂ ਲੋਕ ਬਦਲਾਅ ਚਾਹੁੰਦੇ ਸੀ, ਪਰ ਜਿਹੜਾ ਬਦਲਾਅ ਆਇਆ ਹੈ, ਉਸ ਬਦਲਾਅ ਤੋਂ ਵੀ ਲੋਕਾਂ ਨੂੰ ਇਹ ਸ਼ਿਕਾਇਤ ਹੈ ਕਿ ਸਾਡੇ ਕਈ ਅਜਿਹੇ ਮੁੱਦੇ ਨੇ ਜਿਸ ਪਾਸੇ ਇਹ ਬਦਲਾਅ ਵਾਲੀ ਸਰਕਾਰ ਧਿਆਨ ਨਹੀਂ ਦੇ ਰਹੀ। ਇਹਨਾਂ ਪੰਥਕ ਮੁੱਦਿਆਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਵੱਲੋਂ ਖੁੱਲ੍ਹ ਕੇ ਉਸ ਤਰੀਕੇ ਦੀ ਲੜਾਈ ਕੇਂਦਰ ਦੇ ਖਿਲਾਫ ਜਾਂ ਸੁਪਰੀਮ ਕੋਰਟ 'ਚ ਨਹੀਂ ਲੜੀ ਜਾ ਰਹੀ ਜਿਸ ਤਰ੍ਹਾਂ ਦੀ ਪੰਥਕ ਧਿਰਾਂ ਆਸ ਕਰ ਰਹੀਆਂ ਸੀ। ਸੋ ਮੈਂ ਕਹਿ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਇਹ ਮੁੱਦੇ ਚੱਕੇ ਗਏ ਨੇ, ਇਹ ਮੁੱਦੇ ਉਭਾਰ ਲੈ ਰਹੇ ਨੇ। ਵੱਧ ਤੋਂ ਵੱਧ ਲੋਕ ਇਹਨਾਂ ਮੁੱਦਿਆਂ ਨੂੰ ਸਮਝ ਰਹੇ ਨੇ, ਔਰ ਮੈਨੂੰ ਲੱਗਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ, ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਹੋਵੇ ਜਾਂ ਹੋਰ ਪੰਥਕ ਮੁੱਦੇ ਹੋਣ, ਇਹਨਾਂ ਸਾਰੇ ਮੁੱਦਿਆਂ ਨੇ ਅਗਰ ਉਭਾਰ ਲਿਆ ਤੇ 2024 ਤੋਂ ਪਹਿਲਾਂ ਧਰੁਵੀਕਰਨ ਹੋ ਸਕਦਾ, ਜਿਸ ਨਾਲ ਸਿਆਸੀ ਤੌਰ ਤੇ ਇੱਕ ਨਵੀਂ ਤਰ੍ਹਾਂ ਦਾ ਮਾਹੌਲ ਵੀ ਸਾਨੂੰ ਵੇਖਣ ਨੂੰ ਮਿਲ ਸਕਦਾ ਹੈ। ਕਿ ਹਿਮਾਚਲ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹੈ ਮੌਜੂਦ ਰਹੇ, ਕੁੱਲੂ ਦੇ ਵਿੱਚ ਦੁਸ਼ਹਿਰੇ ਦੇ ਮੌਕੇ ਤੇ, ਦੁਸ਼ਹਿਰੇ ਦੇ ਤਿਉਹਾਰ ਦੇ ਮੌਕੇ ਤੇ ਉੱਥੇ ਮੌਜੂਦ ਰਹੇ। ਏਮਸ ਦਾ ਉਦਘਾਟਨ ਵੀ ਉਹਨਾਂ ਨੇ ਕੀਤਾ। ਸੋ ਡੱਲਾ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਹਿਮਾਚਲ ਦੌਰੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਇਸ ਦੇ ਨਾਲ ਬੀਜੇਪੀ ਨੂੰ, ਭਾਜਪਾ ਨੂੰ ਜੋ ਹੈ ਇੱਕ ਸਿਆਸੀ ਤਾਕਤ, ਵੱਡੀ ਤਾਕਤ ਜ਼ਰੂਰ ਮਿਲਦੀ ਦਿਖਦੀ ਹੈ ਕਿ ਆਉਂਦੀਆਂ ਚੋਣਾਂ ਦੇ ਲਈ? ਕਿਉਂਕਿ ਆਪਾਂ ਦੂਜੇ ਪਾਸੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਤਾਂ ਆਮ ਆਦਮੀ ਪਾਰਟੀ ਜੋ ਹੈ ਕਾਫੀ ਸਮੇਂ ਤੋਂ ਹਿਮਾਚਲ ਦੇ ਵਿੱਚ ਸਰਗਰਮ ਹੈ, ਕਈ ਤਰ੍ਹਾਂ ਦੇ ਉੱਥੇ ਐਲਾਨ ਪਹਿਲਾਂ ਕਰ ਚੁੱਕੀ ਹੈ। ਸੋ ਕਿਸ ਤਰੀਕੇ ਨਾਲ ਹਿਮਾਚਲ ਪ੍ਰਦੇਸ਼ ਦੀ ਜੋ ਸਿਆਸੀ ਸਥਿਤੀ ਹੈ, ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ? ਜ਼ਰੂਰ ਤੁਹਾਡੇ ਤੋਂ ਜਾਣਕਾਰੀ ਚਾਹਾਂਗੇ। ਹਰਜੋਤ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਮਾਚਲ ਪ੍ਰਦੇਸ਼ ਵਿੱਚ ਆਉਣ ਤੋਂ ਬਾਅਦ ਇੱਕ ਵਾਰੀ ਫੇਰ ਸਿਆਸੀ ਮਾਹੌਲ ਗਰਮਾ ਗਿਆ। ਸਾਨੂੰ ਪਤਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਏਮਸ ਦਾ ਉਦਘਾਟਨ ਕੀਤਾ ਹੈ। ਸੋ ਇਸ ਹਸਪਤਾਲ ਦੇ ਉਦਘਾਟਨ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਬੈਨੀਫਿਟ ਹੋਏਗਾ। ਇਸ ਤੋਂ ਪਹਿਲਾਂ ਉਹਨਾਂ ਨੂੰ ਜਾਂ ਤਾਂ PGI ਚੰਡੀਗੜ੍ਹ ਆਉਣਾ ਪੈਂਦਾ ਸੀ ਜਾਂ ਦਿੱਲੀ ਏਮਸ ਜਾਣਾ ਪੈਂਦਾ ਸੀ। ਉਂਝ ਹਿਮਾਚਲ ਪ੍ਰਦੇਸ਼ ਤੋਂ ਸਾਡੇ ਜਿਹੜੇ ਭਰਾ ਨੇ ਉਹ ਬਹੁਤ ਸਾਰੇ ਜਲੰਧਰ, ਲੁਧਿਆਣਾ ਦੇ ਹਸਪਤਾਲਾਂ ਦੇ ਵਿੱਚ ਵੀ ਆਉਂਦੇ ਰਹੇ ਨੇ। ਚੰਡੀਗੜ੍ਹ ਦੇ ਵਿੱਚ ਵੀ ਹੁਣ ਤਾਂ ਹਸਪਤਾਲ ਕਾਫੀ ਜ਼ਿਆਦਾ ਖੁੱਲ੍ਹ ਗਏ। ਹੁਣ ਤਾਂ ਜਿਹੜਾ ਸਿਹਤ ਸੇਵਾਵਾਂ ਦਾ ਖਿੱਤਾ ਹੈ, ਇਹਨੇ ਉਦਯੋਗ ਦਾ ਰੂਪ ਧਾਰਨ ਕਰ ਲਿਆ। ਬਹੁਤ ਵੱਡੇ ਮਹਿੰਗੇ ਪ੍ਰਾਈਵੇਟ ਹਸਪਤਾਲ ਵੀ ਖੁੱਲ੍ਹ ਗਏ। ਪਰ ਆਪਣੀ ਧਰਤੀ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਏਮਸ ਵਰਗਾ ਹਸਪਤਾਲ ਦਾ ਸ਼ੁਰੂ ਹੋਣਾ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ। ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਉਸ ਮੌਕੇ ਤੇ ਜਦੋਂ ਪੰਜਾਬ ਦੇ ਵਿੱਚ ਵੀ ਮੁੱਲਾਪੁਰ ਦੇ ਲਾਗੇ ਐਕਸਟੈਂਸ਼ਨ ਖੋਲ੍ਹਿਆ ਗਿਆ, ਸਾਨੂੰ ਪਤਾ ਹੈ ਵੱਡਾ ਹਸਪਤਾਲ, ਇਹਦੇ ਨਾਲ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਇਹ ਕਹਿਣ ਦੇ ਵਿੱਚ ਕਾਮਯਾਬ ਹੋਏਗੀ ਕਿ ਜੇ ਆਮ ਆਦਮੀ ਪਾਰਟੀ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ ਤੇ ਅਸੀਂ ਵੱਡੇ ਹਸਪਤਾਲ ਖੋਲ੍ਹ ਰਹੇ ਹਾਂ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਵੱਡੇ ਹਸਪਤਾਲਾਂ 'ਚ ਹੀ ਆਪਰੇਸ਼ਨ, ਸਰਜਰੀਆਂ, ਬੰਦੇ ਦਾਖਲ ਹੋ ਸਕਦੇ ਨੇ। ਮੁਹੱਲਾ ਕਲੀਨਿਕ ਇੱਕ ਬਹੁਤ ਛੋਟਾ ਕਲੀਨਿਕ ਹੈ ਜਿਹਦੇ ਵਿੱਚ ਟੈਸਟ ਜ਼ਰੂਰ ਹੋਣ ਲੱਗੇ, ਮੁਫਤ, ਚੰਗੀ ਗੱਲ ਹੈ, ਪਰ ਸਰਜਰੀਆਂ ਵਗੈਰਾ ਨਹੀਂ ਹੁੰਦੀਆਂ, ਕਿਸੇ ਨੂੰ ਦਾਖਲ ਨਹੀਂ ਕੀਤਾ ਜਾ ਸਕਦਾ। ਡੇਂਗੂ ਵਾਲਾ ਮਰੀਜ਼ ਟੈਸਟ ਕਰਾ ਸਕਦਾ ਪਰ ਦਾਖਲ ਨਹੀਂ ਹੋ ਸਕਦਾ ਮੁਹੱਲਾ ਕਲੀਨਿਕ। ਡੇਂਗੂ ਵਾਲੇ ਮਰੀਜ਼ ਨੂੰ ਵੀ ਹਸਪਤਾਲ 'ਚ ਦਾਖਲ ਹੋਣ ਦੀ ਲੋੜ ਪੈਂਦੀ ਹੈ ਅੱਜ ਕੱਲ੍ਹ। ਕੁੱਲ ਮਿਲਾ ਕੇ ਜੇ ਮੁਹੱਲਾ ਕਲੀਨਿਕ ਚੰਗਾ ਤਜਰਬਾ ਹੈ ਤੇ ਆਮ ਆਦਮੀ ਪਾਰਟੀ ਨੂੰ ਹਸਪਤਾਲਾਂ ਵਾਲੇ ਪਾਸੇ ਵਧਣਾ ਚਾਹੀਦਾ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਮੁਹੱਲਾ ਕਲੀਨਿਕਾਂ ਵਾਲੇ ਪਾਸੇ ਵਧਣਾ ਚਾਹੀਦਾ ਹੈ। ਪਰ ਪ੍ਰਧਾਨ ਮੰਤਰੀ ਦੇ ਇਸ ਦੌਰੇ ਨਾਲ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ ਤਾਕਤ ਮਿਲੇਗੀ, ਬੀਜੇਪੀ ਨੂੰ ਤਾਕਤ ਮਿਲੇਗੀ। ਮੁਕਾਬਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਗਹਿ-ਗੱਚ ਹੋਣਾ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਤਕੜਾ ਮੁਕਾਬਲਾ ਹੋਣ ਦੀ ਲੋੜ ਹੈ, ਆਸ ਹੈ। ਹਾਲਾਂਕਿ ਕਾਂਗਰਸ ਵੀ ਉੱਥੇ ਸਰਗਰਮ ਹੈ, ਪਰ ਕਾਂਗਰਸ ਹਰ ਜਗ੍ਹਾ ਫੁੱਟ ਦਾ ਸ਼ਿਕਾਰ ਰਹਿੰਦੀ ਹੈ, ਸਾਨੂੰ ਪਤਾ ਹੈ। ਜੇ ਕਾਂਗਰਸ 'ਚ ਫੁੱਟ ਨਾ ਹੋਵੇ ਤੇ ਕਾਂਗਰਸ ਇੱਕ ਮਜ਼ਬੂਤ ਧਿਰ ਹੈ, ਪਰ ਜਿੱਥੇ ਕਾਂਗਰਸ 'ਚ ਮਨ ਮੁਟਾਅ ਤੇ ਆਪਸੀ ਫੁੱਟ ਰਹਿੰਦੀ ਹੈ ਉੱਥੇ ਆਮ ਆਦਮੀ ਪਾਰਟੀ ਤਕੜੀ ਹੋ ਜਾਂਦੀ ਹੈ। ਫਿਰ ਵੀ ਹਿਮਾਚਲ ਪ੍ਰਦੇਸ਼ 'ਚ ਬੀਜੇਪੀ ਇੱਕ ਵੱਡਾ ਪ੍ਰਭਾਵ ਰੱਖਦੀ ਹੈ। ਬਾਕੀ ਜਦੋਂ ਵੋਟਾਂ ਪੈਣਗੀਆਂ ਨਤੀਜਾ ਉਦੋਂ ਆਉਣਾ ਹੈ। ਪਹਿਲਾਂ ਕੇਜਰੀਵਾਲ ਲਗਾਤਾਰ ਸਰਗਰਮ ਨੇ ਹਿਮਾਚਲ 'ਚ, ਹੁਣ ਨਰਿੰਦਰ ਮੋਦੀ ਵੀ ਸਰਗਰਮ ਹੋ ਗਏ ਨੇ। ਸੋ ਵੇਖਦੇ ਹਾਂ ਰਾਹੁਲ ਗਾਂਧੀ ਹਿਮਾਚਲ ਪ੍ਰਦੇਸ਼ 'ਚ ਕਦੋਂ ਆਉਂਦੇ ਨੇ।
ਡੱਲਾ ਜੀ, ਅਗਲੀ ਖਬਰ ਦਾ ਰੁਖ ਕਰੀਏ ਤਾਂ ਕਾਂਗਰਸ ਦੇ ਸੀਨੀਅਰ ਆਗੂ ਕੈਪਟਨ ਸੰਦੀਪ ਸੰਧੂ ਨੂੰ ਵਿਜੀਲੈਂਸ ਬਿਊਰੋ ਨੇ ਕਰਪਸ਼ਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਸੋ ਇਹ ਜਿਹੜਾ ਕੇਸ ਦਰਜ ਹੋਇਆ ਹੈ, ਇਸ ਨੂੰ ਸਿਆਸੀ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ? ਇਹ ਮਾਮਲਾ ਕੀ ਹੈ ਪੂਰਾ, ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ। ਪਰ ਅੱਗੋਂ ਸਵਾਲ ਇਹ ਵੀ ਹੋ ਜਾਂਦੇ ਕਿ ਕੀ ਇੱਕ ਵਾਰ ਫਿਰ ਰਾਜਾ ਵੜਿੰਗ ਦੀ ਅਗਵਾਈ ਵਿੱਚ ਜਾਂ ਹੋਰ ਸੀਨੀਅਰ ਲੀਡਰਸ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਜੋ ਹੈ ਫਿਰ ਤੋਂ ਧਰਨੇ ਪ੍ਰਦਰਸ਼ਨ ਕਰਦੀ ਨਜ਼ਰ ਆ ਸਕਦੀ ਹੈ, ਜਾਂ ਫਿਰ ਜੋ ਕਈ ਵੱਡੇ ਲੀਡਰ ਨੇ ਉਹ ਚੁੱਪ ਰਹਿਣਗੇ ਤੇ ਸਿਰਫ ਜੋ ਹੈ ਅਖਬਾਰਾਂ ਤੇ ਜਾਂ ਫਿਰ ਟੈਲੀਵਿਜ਼ਨ ਤੇ ਹੀ ਧਿਆਨ ਕੇਂਦਰਿਤ ਕਰਨਗੇ? ਕੀ ਕਹੋਗੇ ਡੱਲਾ ਜੀ ਤੁਸੀਂ? ਇੱਕ ਵਾਰੀ ਫਿਰ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਤੇ ਸੰਕਟ ਨਜ਼ਰ ਆ ਰਿਹਾ ਹੈ। ਵਿਜੀਲੈਂਸ ਬਿਊਰੋ ਵੱਲੋਂ ਹੁਣ ਕੇਸ ਦਰਜ ਕਰ ਲਿਆ ਗਿਆ ਹੈ ਕਰਪਸ਼ਨ ਦੇ ਇੱਕ ਮਾਮਲੇ ਦੇ ਵਿੱਚ ਕੈਪਟਨ ਸੰਦੀਪ ਸੰਧੂ ਦੇ ਖਿਲਾਫ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ OSD ਕਿਹਾ ਜਾਂਦਾ ਉਹਨਾਂ ਨੂੰ, ਸਿਆਸੀ ਸਕੱਤਰ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ, ਔਰ ਦਾਖਾ ਤੋਂ ਜ਼ਿਮਨੀ ਚੋਣ ਵੀ ਲੜੇ ਸੀ ਕੈਪਟਨ ਸੰਦੀਪ ਸੰਧੂ। ਹਾਲਾਂਕਿ ਉੱਥੋਂ ਜਿੱਤ ਨਹੀਂ ਸੀ ਸਕੇ, ਦੂਸਰੀ ਵਾਰ ਫੇਰ ਚੋਣ ਲੜੇ 2022 ਦੀ ਚੋਣ ਦੇ ਵਿੱਚ, ਦੁਬਾਰਾ ਵੀ ਜਿੱਤ ਨਹੀਂ ਸਕੇ। ਪਰ ਵਿਜੀਲੈਂਸ ਬਿਊਰੋ ਲਗਾਤਾਰ ਕੈਪਟਨ ਸੰਦੀਪ ਸੰਧੂ ਨੂੰ ਇੱਕ ਦੋ ਮਾਮਲਿਆਂ ਦੇ ਵਿੱਚ ਇਨਵੈਸਟੀਗੇਟ ਚੁੱਪ ਚਪੀਤੇ ਆਪਣੇ ਪੱਧਰ ਤੇ ਕਰ ਰਹੀ ਸੀ। ਹੁਣ ਕਰਪਸ਼ਨ ਦਾ ਕੇਸ ਜਿਹੜਾ ਦਰਜ ਕੀਤਾ ਗਿਆ, ਅਸਲ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਇੱਕ ਕੇਸ ਦਰਜ ਕੀਤਾ ਸੀ ਕਿ ਦਾਖਾ ਹਲਕੇ ਦੇ ਵਿੱਚ ਸਟਰੀਟ ਲਾਈਟਾਂ ਦੇ ਮਾਮਲੇ ਦੇ ਵਿੱਚ ਘਪਲਾ ਹੋਇਆ। ਬਿਲਿੰਗ ਤੋਂ ਲੈ ਕੇ ਡਿਸਟ੍ਰੀਬਿਊਸ਼ਨ ਤੱਕ ਵੱਖ-ਵੱਖ ਪੱਧਰ ਤੇ ਸਟਰੀਟ ਲਾਈਟਾਂ ਦੇ ਵਿੱਚ ਘਪਲੇ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲੇ ਗਈ ਸੀ, ਜਿਸ ਦੀ ਜਾਂਚ ਵਿਜੀਲੈਂਸ ਬਿਊਰੋ ਕਰ ਰਹੀ ਹੈ। ਔਰ ਵਿਜੀਲੈਂਸ ਬਿਊਰੋ ਨੇ ਇਸ ਕੇਸ ਦੇ ਵਿੱਚ ਇੱਕ BDPO ਪੱਧਰ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਸੀ, ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਹੁਣ ਤੱਕ ਅੰਦਾਜ਼ੇ ਮੁਤਾਬਕ 2 ਤੋਂ ਵੱਧ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ। ਔਰ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅਧਿਕਾਰੀ ਗ੍ਰਿਫਤਾਰ ਕੀਤਾ ਗਿਆ ਜਾਂ ਜਿਹੜੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ, ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਂਚ ਦੀ ਸੂਈ ਹਲਕੇ ਦੇ ਲੀਡਰਾਂ ਵੱਲ ਵਧਾਈ। ਇਸੇ ਦੌਰਾਨ ਕੈਪਟਨ ਸੰਦੀਪ ਸੰਧੂ ਵੱਲ ਵੀ ਵਿਜੀਲੈਂਸ ਬਿਊਰੋ ਦੀ ਜਾਂਚ ਤੁਰੀ ਤੇ ਇੱਕ ਮੁਲਜ਼ਮ ਦੇ ਬਿਆਨਾਂ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਨੂੰ ਵੀ ਕਰਪਸ਼ਨ ਦੇ, ਸਟਰੀਟ ਲਾਈਟਾਂ ਵਾਲੀ ਕਰਪਸ਼ਨ ਦੇ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ। ਹਾਲਾਂਕਿ ਕੈਪਟਨ ਸੰਦੀਪ ਸੰਧੂ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਮੈਂ ਵੀ ਨਿੱਜੀ ਤੌਰ ਤੇ ਟੈਲੀਫੋਨ ਤੇ ਕੈਪਟਨ ਸੰਦੀਪ ਸੰਧੂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਕੋਲੇ ਨੰਬਰ ਬਹੁਤ ਪੁਰਾਣਾ ਸੀ ਕੈਪਟਨ ਸੰਦੀਪ ਸੰਧੂ ਦਾ, ਹੋ ਸਕਦਾ ਨੰਬਰ ਬਦਲ ਗਿਆ ਹੋਵੇ। ਪਰ ਕੈਪਟਨ ਸੰਦੀਪ ਸੰਧੂ ਦਾ ਜਿਵੇਂ ਹੀ ਕੋਈ ਪੱਖ ਮੀਡੀਆ ਦੇ ਵਿੱਚ ਆਏਗਾ ਜਾਂ ਨਿੱਜੀ ਤੌਰ ਤੇ ਕੋਈ ਪੱਖ ਮਿਲੇਗਾ ਤੇ ਕੈਪਟਨ ਸੰਦੀਪ ਸੰਧੂ ਦੀ ਗੱਲ ਵੀ ਰੱਖਾਂਗੇ। ਪਰ ਕੈਪਟਨ ਸੰਦੀਪ ਸੰਧੂ ਦੇ ਜਿਹੜੇ ਕੱਟੜ ਸਮਰਥਕ ਨੇ, ਸਾਥੀ ਨੇ, ਉਹ ਕਹਿ ਰਹੇ ਨੇ ਕਿ ਕੈਪਟਨ ਸੰਦੀਪ ਸੰਧੂ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ। ਇਹ ਉਹਨਾਂ ਦਾ ਪੱਖ ਹੈ। ਰਵਨੀਤ ਬਿੱਟੂ ਜਿਹੜੇ ਮੈਂਬਰ ਪਾਰਲੀਮੈਂਟ ਨੇ, ਰਵਨੀਤ ਬਿੱਟੂ ਨੇ ਬਕਾਇਦਾ ਇੱਕ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਸੰਦੀਪ ਸੰਧੂ ਨੂੰ ਆਮ ਆਦਮੀ ਪਾਰਟੀ ਨੇ ਸਾਜ਼ਿਸ਼ਨ ਇਸ ਕੇਸ 'ਚ ਦਰਜ ਕੀਤਾ ਹੈ। ਰਵਨੀਤ ਬਿੱਟੂ ਦੇ ਇਲਜ਼ਾਮ ਇਹ ਨੇ ਕਿ ਆਮ ਆਦਮੀ ਪਾਰਟੀ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਦੇ ਵਿੱਚ ਜਿੱਤ ਲਈ ਕਰਪਸ਼ਨ ਦੇ ਖਿਲਾਫ ਲੜਾਈ ਨੂੰ ਮੁੱਦਾ ਬਣਾ ਰਹੀ ਹੈ, ਔਰ ਇਸੇ ਦਰਮਿਆਨ ਉਹ ਕਾਂਗਰਸ ਦੇ ਲੀਡਰਾਂ ਤੇ ਕੇਸ ਦਰਜ ਕਰਕੇ ਸਿਆਸੀ ਫਾਇਦਾ ਹਾਸਲ ਕਰਨਾ ਚਾਹੁੰਦੀ ਹੈ। ਇਸ ਕਰਕੇ ਪਹਿਲਾਂ ਭਾਰਤ ਭੂਸ਼ਣ ਆਸ਼ੂ ਤੇ ਕੇਸ ਦਰਜ ਕੀਤਾ ਗਿਆ ਅਨਾਜ ਮੰਡੀਆਂ ਦੇ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ, ਤੇ ਹੁਣ ਕੈਪਟਨ ਸੰਦੀਪ ਸੰਧੂ ਦੇ ਖਿਲਾਫ ਸਟਰੀਟ ਲਾਈਟ ਘੁਟਾਲੇ ਦੇ ਇਲਜ਼ਾਮਾਂ 'ਚ ਕੇਸ ਦਰਜ ਕੀਤਾ ਗਿਆ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੇ ਵਿੱਚ ਵੀ ਅਦਾਲਤਾਂ ਦੇ ਵਿੱਚ ਕੁਝ ਵੀ ਸਾਬਤ ਨਹੀਂ ਹੋਣਾ, ਔਰ ਕੈਪਟਨ ਸੰਦੀਪ ਸੰਧੂ ਦੇ ਮਾਮਲੇ ਦੇ ਵਿੱਚ ਵੀ ਅਦਾਲਤਾਂ ਦੇ ਵਿੱਚ ਕੁਝ ਵੀ ਸਾਬਤ ਨਹੀਂ ਹੋਣਾ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਕੈਪਟਨ ਸੰਦੀਪ ਸੰਧੂ ਨਾ ਤਾਂ ਵਿਧਾਇਕ ਨੇ ਹਲਕੇ ਦੇ, ਨਾ ਅਧਿਕਾਰੀ ਸੀ, ਨਾ ਉਹਨਾਂ ਦੇ ਸਟਰੀਟ ਲਾਈਟਾਂ ਵਾਲੇ ਮਾਮਲੇ 'ਚ ਕਿਤੇ ਦਸਤਖਤ ਹੁੰਦੇ ਸੀ। ਇਸ ਕਰਕੇ ਅਦਾਲਤ ਦੇ ਵਿੱਚ ਇਹ ਮਾਮਲਾ ਨਹੀਂ ਟਿਕੇਗਾ। ਪਰ ਦੂਜਾ ਪੱਖ ਇਹ ਵੀ ਹੈ ਕਿ ਜਿਹੜੇ ਵੀ ਲੋਕ ਸਰਕਾਰ ਦੇ ਸਮੇਂ ਹਲਕਾ ਇੰਚਾਰਜ ਹੁੰਦੇ ਨੇ, ਉਹਨਾਂ ਦੀ ਮਰਜ਼ੀ ਬਿਨਾਂ ਕਹਿੰਦੇ ਥਾਣੇ 'ਚ ਪਰਚਾ ਨਹੀਂ ਦਰਜ ਹੁੰਦਾ, ਤੇ ਸਟਰੀਟ ਲਾਈਟਾਂ ਉਹਨਾਂ ਦੀ ਮਰਜ਼ੀ ਬਿਨਾਂ ਕੀ ਸਾਰੇ ਹਲਕੇ 'ਚ ਲੱਗ ਸਕਦੀਆਂ ਨੇ? ਵੈਸੇ ਸਵਾਲ ਹੈ, ਕਿਉਂਕਿ ਇਹ ਵੀ ਕਿਹਾ ਜਾਂਦਾ ਸੀ ਜਦੋਂ ਕੈਪਟਨ ਸੰਦੀਪ ਸੰਧੂ ਹਲਕੇ ਦੇ ਇੰਚਾਰਜ ਬਣੇ ਸੀ ਜਾਂ ਸਰਗਰਮ ਹੋਏ ਸੀ ਕਿ ਕੈਪਟਨ ਅਮਰਿੰਦਰ ਦੇ ਨਾਲ ਬਹੁਤ ਨੇੜਤਾ ਹੈ ਤੇ ਹੁਣ ਹਲਕੇ 'ਚ ਵਿਕਾਸ ਦੀ ਹਨੇਰੀ ਆਏਗੀ। ਹਾਲਾਂਕਿ ਦਾਖਾ ਹਲਕੇ ਦੇ ਵਿੱਚ ਵਿਕਾਸ ਦੇ ਕਈ ਕੰਮ ਹੋਏ ਵੀ, ਪਰ ਇਸ ਦੇ ਬਾਵਜੂਦ ਕੈਪਟਨ ਸੰਦੀਪ ਸੰਧੂ ਜਿੱਤ ਨਹੀਂ ਸਕੇ। ਕੈਪਟਨ ਸੰਦੀਪ ਸੰਧੂ ਇਸ ਵਕਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰ ਵੀ ਨੇ, ਭਾਰਤ ਭੂਸ਼ਣ ਆਸ਼ੂ ਐਕਟਿੰਗ ਪ੍ਰੈਜ਼ੀਡੈਂਟ ਨੇ, ਰਾਜਾ ਵੜਿੰਗ ਪ੍ਰਧਾਨ ਨੇ। ਸੋ ਹੁਣ ਸਵਾਲ ਇਹ ਬਣਦਾ ਹੈ
ਕਿ ਕੀ ਰਾਜਾ ਵੜਿੰਗ, ਜਿਵੇਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਰਾਜਾ ਵੜਿੰਗ ਨੇ ਮੁਹਿੰਮ ਵਿੱਢਤੀ ਸੀ। ਰਾਜਾ ਵੜਿੰਗ ਕਿਉਂਕਿ ਬੜੇ ਇਮਾਨਦਾਰ ਲੀਡਰ ਮੰਨੇ ਜਾਂਦੇ ਨੇ ਕਾਂਗਰਸ ਦੇ, ਬੜੇ ਦਲੇਰ ਕਾਂਗਰਸ ਦੇ ਪ੍ਰਧਾਨ ਮੰਨੇ ਜਾਂਦੇ ਨੇ, ਮੰਤਰੀ ਵੀ ਰਹੇ ਨੇ ਕੁਝ ਸਮੇਂ। ਅਸੀਂ ਦੇਖਿਆ ਕਿਵੇਂ ਬੱਸਾਂ 'ਚ ਜ਼ਿਆਦਾ ਚੈਕਿੰਗ ਕਰਿਆ ਕਰਦੇ ਸੀ, ਕਹਿੰਦੇ ਸੀ ਟਰਾਂਸਪੋਰਟ ਮਹਿਕਮੇ ਦਾ ਰੈਵਨਿਊ ਵਧਾਤਾ, ਬਹੁਤ ਸਾਰੀਆਂ ਬੱਸਾਂ ਫੜਦੇ ਵੀ ਰਹੇ, ਹਾਲਾਂਕਿ ਬੱਸਾਂ ਛੁੱਟਦੀਆਂ ਵੀ ਰਹੀਆਂ। ਹੁਣ ਸਵਾਲ ਇਹ ਹੈ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਤੇ ਕੇਸ ਦਰਜ ਹੋਇਆ ਤਾਂ ਰਾਜਾ ਵੜਿੰਗ ਉਹਨਾਂ ਨੇ ਧਰਨਾ ਵੀ ਮਾਰਿਆ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਬਾਹਰ। ਫਿਰ ਰਾਜਾ ਵੜਿੰਗ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸ਼ਾਮ ਨੂੰ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਦਫ਼ਤਰ ਦੇ ਬਾਹਰ ਵੀ ਪਹੁੰਚੇ। ਕੈਪਟਨ ਸੰਦੀਪ ਸੰਧੂ ਵੀ ਰਾਜਾ ਵੜਿੰਗ ਦੇ ਬਹੁਤ ਨੇੜਲੇ ਆਗੂ ਮੰਨੇ ਜਾਂਦੇ ਨੇ। ਉਂਝ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਕੀ ਰਾਜਾ ਵੜਿੰਗ ਹੁਣ ਧਰਨਾ ਮਾਰਨਗੇ ਸੰਦੀਪ ਸੰਧੂ ਦੇ ਹੱਕ 'ਚ? ਕੀ ਸੰਦੀਪ ਸੰਧੂ ਦੇ ਹੱਕ 'ਚ ਰਾਜਾ ਵੜਿੰਗ ਇੱਕ ਵਾਰ ਫੇਰ ਸਿਆਸੀ ਲੜਾਈ ਵਿੱਢਣਗੇ, ਜਾਂ ਕਾਂਗਰਸ ਦੇ ਲੀਡਰ ਹੁਣ ਚੁੱਪ ਕਰਕੇ ਸ਼ਾਂਤ ਹੋ ਜਾਣਗੇ, ਸਿਰਫ ਬਿਆਨਾਂ ਤੱਕ ਸੀਮਤ ਹੋ ਜਾਣਗੇ? ਕਿਉਂਕਿ ਮੈਂ ਬੜਾ ਹੈਰਾਨ ਵੀ ਹਾਂ ਕਿ ਜਦੋਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਧਰਨਾ ਮਾਰਿਆ ਗਿਆ, 2-3 ਦਿਨ 4-5 ਦਿਨ ਧਰਨਾ ਚੱਲਿਆ, ਮੁੜ ਕੇ ਹੌਲੀ ਹੌਲੀ ਧਰਨਾ ਉੱਠ ਗਿਆ। ਹੌਲੀ ਹੌਲੀ ਕਾਂਗਰਸ ਦੇ ਲੀਡਰ ਉੱਥੋਂ ਗਾਇਬ ਹੋਣੇ ਸ਼ੁਰੂ ਹੋ ਗਏ, ਗਾਇਬ ਨਹੀਂ ਉੱਥੋਂ ਜਾਣੇ ਸ਼ੁਰੂ ਹੋ ਗਏ। ਤੇ ਹੁਣ ਜਦੋਂ ਪੇਸ਼ੀ ਹੁੰਦੀ ਸੀ ਭਾਰਤ ਭੂਸ਼ਣ ਆਸ਼ੂ ਦੀ, ਉਦੋਂ ਹੀ ਭਾਰਤ ਭੂਸ਼ਣ ਆਸ਼ੂ ਦੇ ਕੱਟੜ ਸਮਰਥਕ ਜਾਂਦੇ ਸੀ, ਜਾਂ ਕੁਝ ਵਿਧਾਇਕ ਜਾਂ ਸਾਬਕਾ ਵਿਧਾਇਕ ਜਾਂਦੇ ਸੀ। ਪੰਜਾਬ ਪੱਧਰ ਤੇ ਮੇਲੇ ਵਰਗਾ ਮਾਹੌਲ ਨਹੀਂ ਸੀ ਹੁੰਦਾ। ਮੈਨੂੰ ਉਹ ਵੀ ਦੌਰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਨੇ ਬਾਦਲ ਪਰਿਵਾਰ ਤੇ ਕੇਸ ਦਰਜ ਕੀਤਾ ਸੀ, ਜਦੋਂ ਸੁਖਬੀਰ ਬਾਦਲ ਦੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਪੇਸ਼ੀ ਹੁੰਦੀ ਸੀ ਤੇ ਕਚਹਿਰੀਆਂ ਦੇ ਵਿੱਚ ਮੇਲਿਆਂ ਵਰਗਾ ਮਾਹੌਲ ਹੁੰਦਾ ਸੀ। ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਖੜਦੀ ਸੀ। ਜਦੋਂ ਕੈਪਟਨ ਅਮਰਿੰਦਰ ਤੇ ਵੀ ਕੇਸ ਸਿਟੀ ਸੈਂਟਰ ਘੁਟਾਲੇ ਦੇ ਚੱਲਦੇ ਸੀ, ਜਦੋਂ ਕਦੀ ਉਹ ਲੁਧਿਆਣਾ ਸਿਟੀ ਸੈਂਟਰ 'ਚ ਪੇਸ਼ ਹੋਣ ਆਉਂਦੇ ਸੀ, ਉਦੋਂ ਵੀ ਕਾਫੀ ਉਹਨਾਂ ਦੇ ਸਮਰਥਕ, ਕਾਂਗਰਸ ਦੇ ਕਈ ਲੀਡਰ ਕੈਪਟਨ ਅਮਰਿੰਦਰ ਦੇ ਹੱਕ 'ਚ ਕਚਹਿਰੀਆਂ ਦੇ ਬਾਹਰ ਇਕੱਠੇ ਹੁੰਦੇ ਸੀ। ਪਰ ਸਵਾਲ ਇਹ ਹੈ ਕਿ ਅਚਾਨਕ ਕਾਂਗਰਸ ਨੇ ਜਿਹੜਾ ਸੰਗਠਿਤ ਹੋ ਕੇ ਇਹਨਾਂ ਕੇਸਾਂ ਦੇ ਖਿਲਾਫ ਸੰਘਰਸ਼ ਕਰਨ ਦਾ ਜਿਹੜਾ ਮਾਦਾ ਸੀ, ਉਹ ਕਮਜ਼ੋਰ ਕਿਉਂ ਪਾ ਲਿਆ? ਹਾਲਾਂਕਿ ਇਲਜ਼ਾਮ ਕਾਂਗਰਸ ਦੇ ਸਾਰੇ ਲੀਡਰ ਇਹ ਲਾ ਰਹੇ ਨੇ ਕਿ ਇਹ ਕੇਸ ਝੂਠੇ ਨੇ। ਅਰਵਿੰਦ ਕੇਜਰੀਵਾਲ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕੇਸਾਂ ਨੂੰ ਸਿਆਸਤ ਤੋਂ ਪ੍ਰੇਰਿਤ ਹੋ ਕੇ ਦਰਜ ਕਰ ਰਹੀ ਹੈ। ਅਗਰ ਇਹ ਸਿਆਸੀ ਕੇਸ ਨੇ ਤੇ ਫਿਰ ਕਾਂਗਰਸ ਦੇ ਲੀਡਰਾਂ ਨੇ ਸਿਰਫ ਇੱਕ ਵੱਡਾ ਧਰਨਾ ਮਾਰ ਕੇ, ਵੱਡੇ ਵੱਡੇ ਲਲਕਾਰੇ ਛੱਡ ਕੇ, ਵੱਡੇ ਵੱਡੇ ਨਾਅਰੇ ਛੱਡ ਕੇ ਸੰਘਰਸ਼ ਦਾ ਰਾਹ ਢਿੱਲਾ ਕਿਉਂ ਪਾਤਾ? ਇਹ ਸਵਾਲ ਜਿਹਾ ਬੜਾ ਖੜਾ ਹੁੰਦਾ ਹੈ। ਸੋ ਇਸ ਕਰਕੇ ਵਕਤ ਆ ਗਿਆ, ਅਗਰ ਕਾਂਗਰਸ ਦੇ ਲੀਡਰਾਂ ਨੂੰ ਲੱਗਦਾ ਹੈ ਕਿ ਇਹ ਕੇਸ ਝੂਠੇ ਨੇ ਤੇ ਉਹਨਾਂ ਨੂੰ ਵੀ ਮਜ਼ਬੂਤ ਸੰਘਰਸ਼ ਕਰਨਾ ਪੈਣਾ, ਨਹੀਂ ਤਾਂ ਕਾਰਪੋਰੇਸ਼ਨ ਦੀਆਂ ਚੋਣਾਂ ਬਹੁਤ ਛੇਤੀ ਆਉਣ ਵਾਲੀਆਂ ਨੇ। ਅਗਰ ਇਹੀ ਸਥਿਤੀ ਰਹੀ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਸ ਕਰਕੇ ਇਹ ਛੋਟਾ ਮਾਮਲਾ ਨਹੀਂ ਹੈ, ਇਹ ਬਹੁਤ ਵੱਡਾ ਮਾਮਲਾ ਹੈ। ਦੇਖਣ ਵਾਲੀ ਗੱਲ ਹੁਣੇ ਵੀ ਰਹੇਗੀ। ਪਹਿਲਾਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਾਧੂ ਸਿੰਘ ਧਰਮਸੋਤ ਤਾਂ ਜ਼ਮਾਨਤ ਤੇ ਆ ਗਏ। ਭਾਰਤ ਭੂਸ਼ਣ ਆਸ਼ੂ ਹਜੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦੀ ਜ਼ਮਾਨਤ ਦੇ ਉੱਤੇ ਜਿਹੜਾ ਫੈਸਲਾ ਹੈ ਉਹ ਰਾਖਵ ਹੈ। ਪਹਿਲਾਂ ਉਹਨਾਂ ਨੇ ਲੁਧਿਆਣਾ 'ਚ ਜ਼ਮਾਨਤ ਲਾਈ ਸੀ, ਜਿਹੜੀ ਰੱਦ ਕਰ ਦਿੱਤੀ ਗਈ ਸੀ, ਫਿਰ ਉਹ ਹਾਈ ਕੋਰਟ ਗਏ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੈਪਟਨ ਸੰਦੀਪ ਸੰਧੂ ਕੀ ਖੁਦ ਗ੍ਰਿਫਤਾਰੀ ਦੇਣਗੇ? ਕਿਉਂਕਿ ਭਾਰਤ ਭੂਸ਼ਣ ਆਸ਼ੂ ਹੋਣੀ ਤਾਂ ਚੰਡੀਗੜ੍ਹ ਚਲੇ ਗਏ ਸੀ, ਧਰਨੇ ਵਾਲੀ ਥਾਂ ਤੇ ਵੀ ਅਸੀਂ ਤਿਆਰ ਹਾਂ, ਅਸੀਂ ਆ ਗਏ ਹਾਂ। ਭਾਰਤ ਭੂਸ਼ਣ ਆਸ਼ੂ ਕਹਿੰਦੇ ਸੀ ਮੈਂ ਤਾਂ ਬੈਗ ਵੀ ਲੈ ਕੇ ਆਇਆ, ਜੇ ਕੋਈ ਸਾਨੂੰ ਲਿਜਾਣਾ ਚਾਹੁੰਦਾ ਅਸੀਂ ਤਾਂ ਬਾਹਰ ਖੜ੍ਹੇ ਹਾਂ। ਲੇਕਿਨ ਸ਼ਾਮ ਨੂੰ ਇੱਕ ਸੈਲੂਨ ਤੋਂ, ਹੇਅਰ ਕਟਿੰਗ ਦੀ ਦੁਕਾਨ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦੀ ਟੀਮ ਨਾਲ ਲੈ ਗਈ ਸੀ। ਉਸ ਦਿਨ ਰਵਨੀਤ ਬਿੱਟੂ ਉਹਨਾਂ ਨੇ ਵੀ ਬੜਾ ਜ਼ੋਰ ਦਿਖਾਇਆ ਸੀ, ਬੜਾ ਮੁਕਾਬਲਾ ਕੀਤਾ ਪੋਲੀਟੀਕਲ ਤੌਰ ਤੇ ਵਿਜੀਲੈਂਸ ਬਿਊਰੋ ਦੀ ਟੀਮ ਦਾ। ਬਾਅਦ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਦਾ ਸੰਘਰਸ਼ ਵੀ ਬਿਆਨਾਂ ਤੱਕ ਹੀ ਰਿਹਾ। ਹੁਣ ਕੈਪਟਨ ਸੰਦੀਪ ਸੰਧੂ ਦੇ ਮਾਮਲੇ 'ਚ ਕੀ ਕੋਈ ਨਵਾਂ ਧਰਨਾ ਲੱਗੂਗਾ? ਕੀ ਕੈਪਟਨ ਸੰਦੀਪ ਸੰਧੂ ਇਸ ਮਾਮਲੇ ਦੇ ਵਿੱਚ ਲੁਧਿਆਣਾ ਦੀ ਅਦਾਲਤ ਜਾਂ ਹਾਈ ਕੋਰਟ ਦੇ ਵਿੱਚ ਜਾਣਗੇ, ਅਗਾਊਂ ਜ਼ਮਾਨਤ ਮੰਗਣਗੇ, ਜਾਂ ਕੀ ਕੈਪਟਨ ਸੰਦੀਪ ਸੰਧੂ ਆਪਣੇ ਆਪ ਨੂੰ ਸਰੈਂਡਰ ਕਰ ਦੇਣਗੇ? ਇਹ ਗੱਲਾਂ ਬੜੀਆਂ ਅਹਿਮੀਅਤ ਵਾਲੀਆਂ ਨੇ, ਕਿਉਂਕਿ ਕੈਪਟਨ ਸੰਦੀਪ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਵੀ ਸਿਆਸੀ ਸਕੱਤਰ ਰਹੇ ਨੇ। ਹੁਣ ਵੇਖਣ ਵਾਲੀ ਗੱਲ ਇਹ ਹੈ ਹਰਜੋਤ ਜੀ, ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਸੀ ਕਿ ਵਿਜੀਲੈਂਸ ਬਿਊਰੋ ਨੇ ਕਿੰਨੇ ਮਾਮਲਿਆਂ ਦੇ ਵਿੱਚ ਕੇਸ ਦਰਜ ਕਰ ਲਏ, ਪਰ ਵਿਜੀਲੈਂਸ ਬਿਊਰੋ ਦੇ ਜਾਂਚ ਦੀ ਸੂਈ ਹਲੇ ਤੱਕ ਸਾਬਕਾ ਮੁੱਖ ਮੰਤਰੀ ਵਾਲੇ ਪਾਸੇ ਨਹੀਂ ਗਈ। ਹਾਲਾਂਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ,
ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਜੋ ਬਿਆਨ ਦਿੱਤਾ ਸੀ ਉਹ ਬੜਾ ਹੈਰਾਨੀਜਨਕ ਹੈ। ਪਰ ਹਾਲੇ ਤੱਕ ਵੀ ਕਿਸੇ ਵੀ ਕੇਸ 'ਚ ਪੰਜਾਬ ਦੇ ਵਿਜੀਲੈਂਸ ਬਿਊਰੋ ਦੀ ਸੂਈ ਮੁੱਖ ਮੰਤਰੀ ਵਾਲੇ ਪਾਸੇ ਨਹੀਂ ਗਈ, ਸਾਬਕਾ ਮੁੱਖ ਮੰਤਰੀ ਵਾਲੇ ਪਾਸੇ। ਇਹਦੇ ਤੋਂ ਸਵਾਲ ਜ਼ਰੂਰ ਖੜੇ ਹੁੰਦੇ ਨੇ, ਕਿਉਂਕਿ ਕੋਈ ਵੀ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਵੱਡੇ ਵੱਡੇ ਫੈਸਲੇ ਸੂਬਿਆਂ 'ਚ ਨਹੀਂ ਹੁੰਦੇ। ਸੋ ਖੈਰ, ਵਿਜੀਲੈਂਸ ਬਿਊਰੋ ਹੁਣ ਨਿਰਪੱਖ ਹੈ, ਵਿਜੀਲੈਂਸ ਬਿਊਰੋ ਦੇ ਮੁਖੀ ਨਿਰਪੱਖ ਹੈ, ਵਿਜੀਲੈਂਸ ਬਿਊਰੋ ਤਕੜੀ ਹੈ। ਜਿਹੜੇ ਦੰਦ ਵਿਜੀਲੈਂਸ ਬਿਊਰੋ ਦੇ ਕਾਂਗਰਸ ਦੀ ਸਰਕਾਰ ਵੇਲੇ ਕੱਢ ਲਏ ਗਏ ਸੀ, ਮੈਨੂੰ ਲੱਗਦਾ ਹੈ ਉਹ ਦੰਦ ਪੂਰੀ ਚੰਗੀ ਤਰ੍ਹਾਂ ਹੁਣ ਵਿਜੀਲੈਂਸ ਬਿਊਰੋ ਕੇਸਾਂ ਦੀ ਇਨਵੈਸਟੀਗੇਸ਼ਨ 'ਚ ਵਰਤ ਰਹੀ ਹੈ। ਸੋ ਹੁਣ ਉਮੀਦ ਕਰਦੇ ਹਾਂ ਕਿ ਵਿਜੀਲੈਂਸ ਬਿਊਰੋ ਤਕੜੀ ਹੋਗੀ ਤੇ ਜ਼ਰੂਰ ਇਨਵੈਸਟੀਗੇਸ਼ਨ ਨਿਰਪੱਖਤਾ ਦੇ ਨਾਲ ਅੱਗੇ ਵਧੂਗੀ, ਔਰ ਕੋਈ ਵੀ ਲੀਡਰ ਅਗਰ ਉਹ ਨਿਰਦੋਸ਼ ਹੈ ਤੇ ਉਹਨੂੰ ਜ਼ਰੂਰ ਛੱਡਿਆ ਜਾਏਗਾ। ਮੈਂ ਉਮੀਦ ਕਰਦਾ ਕਿ ਵਿਜੀਲੈਂਸ ਬਿਊਰੋ ਕਿਉਂਕਿ ਨਿਰਪੱਖ ਹੈ, ਇਸ ਕਰਕੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੰਮ ਨਹੀਂ ਕਰੇਗੀ। ਸੋ ਇਸ ਕਰਕੇ ਹੁਣ ਮਾਮਲਾ ਅਦਾਲਤਾਂ ਦੇ ਉੱਤੇ ਵੀ ਨਿਰਭਰ ਹੈ। ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਚਲਾਨ ਪੇਸ਼ ਹੋ ਕੇ ਅਦਾਲਤਾਂ ਦੀ ਕਾਰਵਾਈ ਸ਼ੁਰੂ ਹੋਏਗੀ, ਫਿਰ ਕਈ ਨਵੇਂ ਤੱਥ ਵੀ ਸਾਡੇ ਕੋਲੇ ਸਾਹਮਣੇ ਆਉਣਗੇ। ਫਿਲਹਾਲ ਵਿਜੀਲੈਂਸ ਬਿਊਰੋ ਕਹਿੰਦੇ ਸੰਦੀਪ ਸੰਧੂ ਦੀ ਭਾਲ 'ਚ ਹੈ, ਉਹਨਾਂ ਦੀ ਗ੍ਰਿਫਤਾਰੀ ਦੇ ਲਈ। ਵੇਖਦੇ ਹਾਂ ਉਹ ਗ੍ਰਿਫਤਾਰ ਹੁੰਦੇ ਨੇ ਜਾਂ ਉਹ ਵੀ ਕੁਝ ਹੋਰ ਲੀਡਰਾਂ ਦੀ ਤਰ੍ਹਾਂ ਕਿਤੇ ਅਲੋਪ ਹੋ ਜਾਣਗੇ। ਕਈ ਮਾਮਲਿਆਂ ਦੇ ਵਿੱਚ ਕਾਂਗਰਸ ਦੇ ਲੀਡਰ ਹਾਲੇ ਅਲੋਪ ਨੇ, ਉਹਨਾਂ ਦਾ ਕੁਝ ਅਤਾ ਪਤਾ ਨਹੀਂ ਹੈ। ਰੱਬ ਸੁੱਖ ਰੱਖੇ, ਸਾਰੇ ਤੰਦਰੁਸਤ ਹੋਣ। ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ, ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ, ਬਹੁਤ ਧੰਨਵਾਦ।